ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਗੁਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਯੋ ਪਨੀਤ ਜੇ ਚੌਕਾ ਹੋਏ। ਪਿਟਿਓ ਜਾਏ ਨਾ ਕਬਹੁ ਸੋਏ। ਇਸ ਪ੍ਰਕਾਰ ਤੁਮ ਔਰ ਮਹਤਾ ਰਹੋ। ਮਨ ਮਲੀਨਤਾ ਸਰਬ ਨਿਵਾਰਹੁ। ਇਉ ਪੁਨੀਤ ਜੇ ਚੌਕਾ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਗੁਰੂ ਕੀਆਂ ਸੰਗਤਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸੰਧਿਆ ਦੇ ਸਮੇਂ ਤੋਂ ਜੁੜ ਰਹੇ ਹੋ। ਸੋ ਦਰ ਰਹਿ ਰਾਸ ਸਾਹਿਬ ਬਾਣੀ ਦੇ ਜਾਪ ਸਰਵਣ ਕਰਕੇ ਆਪ ਸੰਗਤਾਂ ਨੇ ਲਾਹਾ ਪ੍ਰਾਪਤ ਕੀਤਾ ਹੈ। ਉਪਰੰਤ ਅਰਦਾਸ ਹੋਈ ਹੈ ਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਨਿਹਾਲ ਕਰਕੇ ਸੰਗਤਾਂ ਨੂੰ ਸਫਲਾ ਕੀਤਾ ਹੈ। ਗੁਰੂ ਸਾਹਿਬ ਜੀ ਦੇ ਸੇਵਾ ਵਿੱਚ ਰੋਜ਼ਾਨਾ ਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਤਿਹਾਸ ਦੀ ਕਥਾ ਆਪਾਂ ਰਲ ਮਿਲ ਕੇ ਪੜ੍ਹ ਸੁਣ ਰਹੇ ਹਾਂ, ਵਿਚਾਰ ਰਹੇ ਹਾਂ। ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਤੀਰਥਾਂ ਦੀ ਯਾਤਰਾ ਆਰੰਭ ਕੀਤੀ ਹੈ ਅਤੇ ਕੁਰੂਕਸ਼ੇਤਰ ਤੋਂ ਹੁੰਦੇ ਹੋਏ ਹਰਿਦੁਆਰ ਪਹੁੰਚੇ ਹੈ, ਜਿੱਥੇ ਗੰਗਾ ਦਾ ਬੜਾ ਭਾਰੀ ਮੇਲਾ ਆਇਆ ਹੈ। ਕੁੰਭ ਦਾ ਮੇਲਾ ਇਕੱਠ। ਜਿਸ ਕੁੰਭ ਦੇ ਮੇਲੇ ਵਿੱਚ
ਚੜ੍ਹਦੇ ਪਾਸਿਓਂ ਲਹਿੰਦੇ ਪਾਸਿਓਂ ਪੂਰਬ ਪੱਛਮ ਉੱਤਰ ਪਹਾੜ ਵੱਲੋਂ ਦੱਖਣ ਵੱਲੋਂ ਸਾਰੇ ਜਿਹੜੇ ਇਸ਼ਨਾਨ ਕਰਨ ਦੇ ਮਹੱਤਵ ਨੂੰ ਜਾਣ ਕੇ ਆ ਰਹੇ ਹੈ। ਤੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਇੱਕ ਡੇਰਾ ਜਿਹਾ ਵੇਖ ਕੇ ਕਰ ਲਿਆ। ਇਹ ਗੁਰੂ ਸਾਹਿਬ ਜੀ ਦਾ ਇੱਕ ਚੋਜ ਕੌਤਕ ਹੁੰਦਾ ਸੀ ਕਿ ਜਿੱਥੇ ਬਹੁਤ ਇਕੱਠ ਹੋਣਾ ਉੱਥੇ ਜਾਣਾ, ਤਾਂ ਜੋ ਸੰਗਤ ਦੀ ਵੀ ਪੁਰਸ਼ਾਂ ਦੀ ਵੀ ਬਹੁਤਾ ਇਕੱਠ ਹੋਇਆ ਕਰਦਾ ਤੇ ਉੱਥੇ ਉਪਦੇਸ਼ ਦੇਣ ਦਾ ਵੀ ਲਾਹਾ ਸੀ। ਤਾਂ ਹੀ ਗੁਰੂ ਸਾਹਿਬ ਜੀ ਐਸੇ ਜਿਹੜੇ ਮਹਾਨ ਸਮੇਂ ਆਉਂਦੇ ਜਿੱਥੇ ਬਹੁਤੇ ਇਕੱਠੇ ਹੋਏ ਹੁੰਦੇ ਉੱਥੇ ਜਾਂਦੇ। ਇੱਥੇ ਵੇਖਿਆ ਸਭ ਦੇ ਵੱਲ ਵੀ ਇਸ਼ਨਾਨ ਕਰਨ ਭਾਵੇਂ ਆਏ ਹੀ ਹੈ, ਸਭ ਜਤੀ ਸਤੀ ਸੰਨਿਆਸੀ ਦਿਜ ਖੱਤਰੀ ਬ੍ਰਾਹਮਣ, ਪਰ ਇਹਦੇ ਵਿੱਚ ਕੋਈ ਪਰਮੇਸ਼ਰ ਦੀ ਪ੍ਰੇਮਾ ਭਗਤੀ ਨਹੀਂ ਹੈ। ਹਿਰਦੇ ਸਾਰਿਆਂ ਦੇ ਮੈਲੇ ਹੀ ਵਿਕਾਰਾਂ ਕਰਕੇ ਦੋਸ਼ਾਂ ਕਰਕੇ। ਉਹ ਸਮਾਂ ਉਧਰ ਰਾਤ ਤੇ ਬੀਤ ਗਈ, ਸਵੇਰ ਹੋਈ। ਲੱਖਾਂ ਦੀ ਤਾਦਾਦ ਵਿੱਚ ਜਿਹੜੇ ਇਸ਼ਨਾਨ ਕਰ ਰਹੇ ਉੱਥੇ ਸਾਰੇ। ਗੁਰੂ ਸਾਹਿਬ ਜੀ ਕੀ ਵੇਖ ਰਹੇ ਆ ਵੀ ਕੁਝ ਕੁ ਜਾਣੇ ਤੇ ਗੰਗਾ ਵਿੱਚ ਪ੍ਰਵੇਸ਼ ਕਰਕੇ ਚੜ੍ਹਦੀ ਤਰਫ ਸੂਰਜ ਵੱਲ ਨੂੰ ਮੁੱਖ ਕਰਕੇ ਬੁੱਕ ਭਰ ਭਰ ਕੇ ਤੇ ਪਾਣੀ ਜਿਹੜਾ ਸੁੱਟ ਰਹੇ ਹੈ, ਪਾਣੀ ਦੇ ਰਹੇ ਸੂਰਜ ਨੂੰ। ਗੁਰੂ ਸਾਹਿਬ ਜੀ ਇਹਨਾਂ ਨੂੰ ਸਿੱਖਿਆ ਦੇਣ ਵਾਸਤੇ ਆਪ ਵੀ ਗੰਗਾ ਵਿੱਚ ਪ੍ਰਵੇਸ਼ ਕਰ ਦਿੱਤਾ ਤੇ ਲਹਿੰਦੀ ਤਰਫ ਜਿਹੜਾ ਜਲ ਸੁੱਟਣਾ ਸ਼ੁਰੂ ਕਰ ਦਿੱਤਾ ਬੁੱਕ ਭਰ ਭਰ ਕੇ। ਜਿਹੜੇ ਕੋਈ ਇਸ਼ਨਾਨ ਕਰ ਰਹੇ ਸੀ ਉਹ ਆਪੋ ਵਿੱਚ ਕੁਸਰ ਮੁਸਰ ਜੀ ਕਰ ਲੱਗੇ ਵੇਖ ਕੇ ਵੀ ਆਹ ਕੌਣ ਆ ਗਿਆ ਹੈ, ਆ ਸਾਰੇ ਚੜ੍ਹਦੀ ਤਰਫ ਪਾਣੀ ਦੇ ਰਿਹਾ ਤੇ ਆ ਕੋਈ ਉਲਟਾ ਹੀ ਕੰਮ ਕਰ ਰਿਹਾ ਹੈ। ਉਹ ਐਵੇਂ ਵਿਚਾਰ ਕੇ ਅਖੀਰੀ ਰਿਹਾ ਨਾ ਗਿਆ ਤੇ ਕੁਝ ਕੁ ਬੋਲੇ ਹੈ ਵੀ ਤੂੰ ਕੌਣ ਹੈ, ਵੀ ਤੂੰ ਹਿੰਦੂ ਹੈ ਕਿ ਮੁਸਲਮਾਨ ਹੈ? ਜੇ ਤੂੰ ਮੁਸਲਮਾਨ ਹੈ ਤੇ ਗੰਗਾ ਤੇ ਇਸ਼ਨਾਨ ਕਰਨ ਕੀ ਲੈਣ ਆਇਆ ਹੈ? ਜੇ ਤੂੰ ਹਿੰਦੂ ਹੈ ਤੇ ਫਿਰ ਆ ਲਹਿੰਦੀ ਤਰਫ ਪਾਣੀ ਕਿਹਨੂੰ ਦੇ ਰਿਹਾ ਹੈ? ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਸੁਣੋ ਬ੍ਰਾਹਮਣੋ ਖੱਤਰੀਓ, ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਪਾਣੀਆਂ ਕਿੱਧਰ ਦੇ ਰਹੇ ਹੋ, ਕਿਹਨੂੰ ਦੇ ਰਹੇ ਹੋ? ਉਹ ਕਹਿਣ ਲੱਗੇ ਵੀ ਵੇਖੋ ਜੀ ਸਾਡੇ ਤੇ ਪਿੱਤਰ ਹੈ, ਪਿੱਤਰ ਲੋਕ ਵਿੱਚ ਰਹਿੰਦੇ ਬਜ਼ੁਰਗ, ਅਸੀਂ ਸੂਰਜ ਨੂੰ ਪਾਣੀ ਦੇ ਰਹੇ ਹਾਂ। ਸੂਰਜ ਸਾਡੇ ਪਿੱਤਰਾਂ ਨੂੰ ਪਾਣੀ ਦਿੰਦਾ, ਜਿਸ ਕਰਕੇ ਰੱਜੇ ਰਹਿੰਦੇ। ਇਹ ਸਾਡਾ ਇੱਕ ਦਿਨ ਦਾ ਕੰਮ ਨਹੀਂ ਹੈ, ਅਸੀਂ ਰੋਜ਼ ਹੀ ਐਵੇਂ ਨਿੱਤ ਇਸ਼ਨਾਨ ਕਰਦੇ ਹਾਂ ਤੇ ਨਿੱਤ ਪਾਣੀ ਦਿੰਦੇ ਸੂਰਜ ਨੂੰ, ਤਾਂ ਜੋ ਸਾਡੇ ਪਿੱਤਰ ਬਜ਼ੁਰਗ ਜਿਹੜੇ ਤ੍ਰਿਪਤ ਹੋ ਜਾਣ, ਰੱਜ ਜਾਣ, ਸਾਨੂੰ ਸੁੱਖ ਹੁੰਦਾ ਹੈ। ਇਹ ਸੁਣ ਕੇ ਤੇ ਮਹਾਰਾਜ ਫਿਰ ਲਹਿੰਦੇ ਵੱਲ ਮੁੱਖ ਕਰਕੇ ਜ਼ਿਆਦਾ ਹੀ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਵਿੱਚੋਂ ਕੁਝ ਕੁ ਬੜਾ ਗੁੱਸਾ ਜਿਹਾ ਖਾ ਕੇ ਬੋਲੇ ਵੀ ਆ ਤੁਸੀਂ ਸਾਨੂੰ ਤੇ ਪੁੱਛ ਲਿਆ ਹੈ, ਆਪ ਨਹੀਂ ਦੱਸਿਆ ਵੀ ਤੁਸੀਂ ਕਿਉਂ ਸੁੱਟ ਰਹੇ ਹੋ? ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਸੁਣੋ, ਅਸੀਂ ਜਦੋਂ ਆਪਣੇ ਘਰ ਤੋਂ ਆਏ ਸੀ ਵਾਪਸ ਤੇ ਉੱਥੇ ਇੱਕ ਖੇਤ ਬੀਜ ਆਏ ਸਾਂ ਤੇ ਸਾਡਾ ਖੇਤ ਜਿਹੜਾ ਉਹ ਉੱਚੇ ਟਿੱਬੇ 'ਤੇ ਹੈ, ਬਾਰਿਸ਼ ਦਾ ਪਾਣੀ ਪੈਂਦਾ ਤੇ ਉਹ ਵੀ ਜਿਹੜਾ ਟਿਕਦਾ ਨਹੀਂ, ਸੁੱਕ ਸਕ ਜਾਂਦਾ ਹੈ। ਤੇ ਅਸੀਂ ਇੱਧਰ ਗੰਗਾ ਨੂੰ ਆ ਗਏ ਹਾਂ, ਇਸ ਕਰਕੇ ਬੁੱਕ ਭਰ ਭਰ ਕੇ ਅਸੀਂ ਆਪਣੇ ਖੇਤ ਨੂੰ ਪਾਣੀ ਦੇ ਰਹੇ ਹਾਂ। ਜਿੱਥੇ ਵੀ ਜਾਈਏ ਐਵੇਂ ਕਰਦੇ ਹਾਂ ਅਸੀਂ, ਤਾਂ ਜੋ ਸਾਡਾ ਖੇਤ ਸੁੱਕ ਨਾ ਜਾਏ ਤੇ ਹਰਿਆ ਭਰਿਆ ਰਹੇ। ਇਹ ਸੁਣ ਕੇ ਕਹਿਣ ਲੱਗੇ ਆ ਸਾਰੇ ਜਾਣੇ ਵੀ ਇਵੇਂ ਕਿਵੇਂ ਹੋ ਸਕਦਾ ਹੈ? ਮਹਾਰਾਜ ਦੇ ਬਚਨ ਸੁਣ ਕੇ ਕਹਿੰਦੇ ਕਮਲਾ ਹੀ ਹੈ ਕੋਈ। ਤੇ ਕਹਿੰਦੇ ਵੀ ਆ ਤੇਰਾ ਖੇਤ ਕਿਵੇਂ ਹਰਾ ਹੋ ਜਾਊਗਾ? ਪਾਣੀ ਤੂੰ ਇੱਥੇ ਗੰਗਾ 'ਚ ਬੁੱਕ ਭਰ ਕੇ ਸੁੱਟਦੇ ਹੋ ਤੇ ਇੱਥੇ ਡਿੱਗੀ ਜਾ ਰਿਹਾ ਹੈ। ਖੇਤ ਤੁਹਾਡਾ ਕੁਝ ਮੀਲਾਂ ਤੇ ਉੱਥੇ ਪਾਣੀ ਕਿਵੇਂ ਪਹੁੰਚੇਗਾ? ਤੇਰਾ ਖੇਤ ਇਵੇਂ ਹਰਿਆ ਨਹੀਂ ਹੋ ਸਕਦਾ। ਇਹ ਤਾਂ ਕਮਲੀਆਂ ਗੱਲਾਂ ਹੈ। ਗੁਰੂ ਸਾਹਿਬ ਜੀ ਹੱਸਦਿਆਂ ਹੋਇਆਂ ਕਹਿਣ ਲੱਗੇ ਵੀ ਠੀਕ ਹੈ ਜੀ, ਸਾਡਾ ਪਾਣੀ ਤੇ ਨਹੀਂ ਪਹੁੰਚ ਸਕਦਾ,
ਤੁਹਾਡੇ ਪਿੱਤਰ ਇੱਥੋਂ ਕਿੰਨੇ ਦੂਰ ਹੈ, ਤੁਹਾਡੇ ਬਜ਼ੁਰਗ ਕਿੰਨੇ ਦੂਰ ਹੈ। ਇਹ ਕਹਿਣ ਲੱਗੇ ਵੀ ਉਹ ਤਾਂ ਹਜ਼ਾਰਾਂ ਯੋਜਨ, ਹਜ਼ਾਰਾਂ ਹੀ ਕੋਹਾਂ ਦੂਰ ਹੈ, ਪਤਾ ਹੈ ਕੋਈ ਨਹੀਂ, ਕਿੰਨੀ ਗਿਣਤੀ ਮਿਣਤੀ ਕੋਈ ਨਹੀਂ। ਮਹਾਰਾਜ ਕਹਿਣ ਲੱਗੇ ਵੀ ਜੇ ਤੁਹਾਡੇ ਪਿੱਤਰਾਂ ਬਜ਼ੁਰਗਾਂ ਨੂੰ ਇਹ ਪਾਣੀ ਪਹੁੰਚ ਸਕਦਾ ਹੈ, ਜਿਹੜੇ ਆ ਕੇ ਆਕਾਸ਼ ਵਿੱਚ ਪਤਾ ਕੋਈ ਨਹੀਂ ਗਿਣਤੀ ਮਿਣਤੀ ਤੁਹਾਨੂੰ, ਇੱਥੋਂ ਤੁਸੀਂ ਹਰਿਦੁਆਰ ਤੋਂ ਗੰਗਾ ਵਿੱਚੋਂ ਪਾਣੀ ਦੇ ਰਹੇ, ਉੱਥੇ ਸੂਰਜ ਲੈ ਰਿਹਾ, ਸੂਰਜ ਅੱਗੇ ਪਹੁੰਚਾ ਰਿਹਾ ਹੈ, ਅਤੇ ਸਾਡੇ ਖੇਤ 'ਤੇ ਇਸੇ ਧਰਤੀ 'ਤੇ ਫਿਰ ਉੱਥੇ ਪਾਣੀ ਕਿਵੇਂ ਨਹੀਂ ਪਹੁੰਚੇਗਾ। ਤੁਹਾਡੀਆਂ ਇਹਨਾਂ ਗੱਲਾਂ ਤੋਂ ਤਾਂ ਤੁਸੀਂ ਸਗੋਂ ਬੇਸਮਝ ਹੋ ਬਹੁਤੇ, ਸਾਨੂੰ ਤਾਂ ਤੁਸੀਂ ਕਮਲੇ ਲੱਗ ਰਹੇ ਹੋ। ਇਹ ਕੁਝ ਸੁਣ ਕੇ ਤੇ ਸਾਰੇ ਨਿਰੁੱਤਰ ਜੇ ਹੋ ਗਏ, ਅਤੇ ਜਿਹੜੇ ਕੁਝ ਇੱਧਰ ਗੰਗਾ ਦੇ ਕਿਨਾਰੇ 'ਤੇ ਬੈਠੇ ਹੋਏ ਮਾਲਾ ਜੀ ਜਪ ਰਹੇ ਸਨ, ਪਖੰਡ ਜਿਹਾ ਕਰ ਰਹੇ ਸੀ। ਗੁਰੂ ਸਾਹਿਬ ਜੀ ਕਿਨਾਰੇ 'ਤੇ ਬੈਠ ਕੇ ਤੇ ਕਹਿਣ ਲੱਗੇ ਸੁਣਾ ਕੇ, ਉਹ ਕੀ ਤੂੰ ਕਿਵੇਂ ਨਾਮ ਜਪਦਾ ਹੈ, ਮਨ ਤੇਰਾ ਮੁਲਤਾਨ ਵਿੱਚ ਗਿਆ ਹੈ। ਦੂਜੇ ਨੂੰ ਕਿਹਾ ਵੀ ਤੂੰ ਕਿਵੇਂ ਨਾਮ ਜਪ ਰਿਹਾ ਹੈ, ਮਨ ਤੇਰਾ ਕਾਬਲ ਗਿਆ ਹੈ। ਤੀਸਰੇ ਨੂੰ ਕਿਹਾ ਵੀ ਤੇਰਾ ਜਿਹੜਾ ਮਨ ਹੈ ਉਹ ਤੇ ਲਾਹੇ ਤੱਕ ਦਾ ਫਿਰਦਾ, ਦਿੱਲੀ ਵਿੱਚ ਫਿਰਦਾ, ਵੀ ਦਿੱਲੀ ਹੁੰਦੇ ਤੇ ਦੁਕਾਨਦਾਰੀ ਕਰਦੇ ਬੜਾ ਲਾਹਾ ਹੁੰਦਾ। ਮਾਲਾ ਤੁਸੀਂ ਇੱਥੇ ਫਿਰ ਰਹੇ ਹੋ, ਮਨ ਤੁਹਾਡੇ ਕਿਤੇ ਫਿਰ ਰਹੇ ਹਨ। ਇਹ ਜਦੋਂ ਇਹਨਾਂ ਗੱਲਾਂ ਸੁਣੀਆਂ ਮਹਾਰਾਜ ਦੇ ਬਚਨ, ਇਹ ਤੇ ਮਾਲਾ ਛੱਡ ਕੇ, ਚੰਦਨ ਚੁੰਦਨ ਛਿੜਕਣਾ ਛੱਡ ਕੇ, ਪੂਜਾ ਛੱਡ ਕੇ, ਜਿਹੜੇ ਕੋਈ ਠਾਕਰਾਂ ਦੀ ਸੇਵਾ ਕਰ ਰਹੇ ਸੀ ਮੂਰਤੀਆਂ ਦੀ, ਉਹ ਵੀ ਛੱਡ ਕੇ ਤੇ ਗੁਰੂ ਸਾਹਿਬ ਦੇ ਚਰਨਾਂ ਨੂੰ ਆਉਣ ਲੱਗੇ, ਮੱਥੇ ਟੇਕ ਟੇਕ ਕੇ ਕਹਿਣ ਲੱਗੇ ਵੀ ਮਹਾਰਾਜ ਸਾਨੂੰ ਮਾਫ਼ ਕਰੋ, ਅਸੀਂ ਭੁੱਲ ਗਏ ਸੀ, ਤੁਹਾਡੇ ਵੱਲੋਂ ਤੁਹਾਨੂੰ ਸਮਝ ਨਹੀਂ ਸਕੇ, ਅਤੇ ਆਪ ਜੀ ਕਿਰਪਾ ਕਰਕੇ ਆਪਣੇ ਸਿੱਖ ਬਣਾਓ, ਸਾਨੂੰ ਉਪਦੇਸ਼ ਕਰੋ, ਜੈਸਾ ਤੁਹਾਡਾ ਉਪਦੇਸ਼ ਹੋ ਅਸੀਂ ਧਾਰਨ ਕਰਾਂਗੇ। ਗੁਰੂ ਮਹਾਰਾਜ ਕਹਿਣ ਲੱਗੇ ਵੀ ਅਸੀਂ ਤਾਂ ਨਹੀਂ ਤੁਹਾਨੂੰ ਸਿੱਖ ਬਣਾ ਸਕਦੇ ਆਪਣੇ, ਤੁਸੀਂ ਆਪਣਾ ਗੁਰੂ ਹੋਰ ਕੋਈ ਬਣਾ ਲਓ, ਅਸੀਂ ਤਾਂ ਤੁਹਾਡੇ ਕਹੇ ਅਨੁਸਾਰ ਕਮਲੇ ਆ, ਤੁਸੀਂ ਕਮਲੇ ਨੂੰ ਕਾਹਨੂੰ ਗੁਰੂ ਬਣਾਉਣਾ ਹੈ। ਇਹ ਕਹਿਣ ਲੱਗੇ ਮਹਾਰਾਜ ਐਵੇਂ ਨਾ ਕਹੋ, ਤੇ ਸਾਡੀ ਗਲਤੀ ਸੀ, ਜੋ ਭੁੱਲ ਹੋ ਗਈ, ਗਲਤੀ ਹੋ ਗਈ, ਉਹਨੂੰ ਮਾਫ਼ ਕਰੋ, ਅਤੇ ਆਪ ਕਿਰਪਾ ਕਰਕੇ ਇਹੋ ਜਿਹੀ ਗੱਲਾਂ ਕਰਕੇ ਖਹਿੜਾ ਨਾ ਛਡਾਓ, ਅਸੀਂ ਨਹੀਂ ਤੁਹਾਡਾ ਹੁਣ ਖਹਿੜਾ ਛੱਡਣਾ। ਇਹਨਾਂ ਦੀ ਨਿਮਰਤਾ ਵੇਖ ਕੇ ਗੁਰੂ ਸਾਹਿਬ ਜੀ ਜਿਹੜੇ ਆ ਇਹਨਾਂ ਨਾਲ ਫਿਰ ਰਲ ਮਿਲ ਗਏ, ਇਹਨਾਂ ਨੂੰ ਭੋਜਨ ਤਿਆਰ ਹੋ ਗਿਆ। ਕਹਿੰਦੇ ਵੀ ਆਪ ਸਾਡੇ ਨਾਲ ਗੁਰੂ ਸਾਹਿਬ ਜੀ ਬੈਠ ਕੇ ਭੋਜਨ ਛਕੋ ਪੰਗਤ ਵਿੱਚ। ਮਹਾਰਾਜ ਕਹਿਣ ਲੱਗੇ ਵੀ ਨਾ ਅਸਾਂ ਭੋਜਨ ਛਕਣਾ ਹੈ, ਨਾ ਅਸੀਂ ਤੁਹਾਡੇ ਨਾਲ ਬੈਠਣਾ ਹੈ, ਤੁਹਾਡੇ ਨਾਲ ਇੱਕ ਕਦਮ ਨਹੀਂ ਅੱਗੇ ਜਾਣਾ ਹੈ। ਇਹ ਬਹੁਤੀਆਂ ਇਹਨਾਂ ਬੇਨਤੀਆਂ ਕੀਤੀਆਂ। ਜਦੋਂ ਬਹੁਤੀਆਂ ਇਹਨਾਂ ਬੇਨਤੀਆਂ ਕੀਤੀਆਂ ਤੇ ਬਹੁਤੀਆਂ ਬੇਨਤੀਆਂ ਕਰਕੇ ਤੇ ਫਿਰ ਸਤਿਗੁਰੂ ਜੀ ਨਾਲ ਚਲੇ ਗਏ। ਉੱਥੇ ਜਾ ਕੇ ਜਦੋਂ ਇਹ ਛਕਣ ਲੱਗੇ ਹੈ ਭੋਜਨ, ਤੇ ਇਹਨਾਂ ਬ੍ਰਾਹਮਣਾਂ ਨੇ ਜੰਝੂ ਜੇ ਕੰਨਾਂ ਵਿੱਚ ਟੰਗ ਲਏ, ਖੱਤਰੀਆਂ ਨੇ ਵੀ, ਅਤੇ ਰਸੋਈ ਦੇ ਵਿੱਚ ਵੜ ਗਏ ਹੈ, ਅਤੇ ਉਹ ਚਾਰ ਕਾਰਾਂ ਜੀਆਂ ਕੱਢ ਲਈਆਂ, ਲਕੀਰਾਂ ਜੀਆਂ, ਗੁਰੂ ਸਾਹਿਬ ਜੀ ਨੇ ਵਿੱਚ ਬਿਠਾ ਲਿਆ ਹੈ। ਅਤੇ ਗੁਰੂ ਸਾਹਿਬ ਜੀ ਬੈਠਦੇ ਕਹਿਣ ਲੱਗੇ ਵੀ ਤੁਹਾਡਾ ਚੌਂਕਾ ਜਿਹੜਾ ਪਿੱਟਿਆ ਗਿਆ, ਖਰਾਬ ਹੋ ਗਿਆ। ਇਹ ਕਹਿੰਦੇ ਵੀ ਇਹ ਕਿਵੇਂ ਮਹਾਰਾਜ ਹੋ ਗਿਆ। ਕਹਿੰਦੇ ਵੀ ਤੁਹਾਡੇ ਨਾਲ ਜਿਹੜੇ ਨਾ ਨੀਚ ਉਹ ਚੜ੍ਹ ਗਏ ਚੌਂਕੇ ਵਿੱਚ। ਜਿੰਨਾ ਚਿਰ ਤੁਸੀਂ ਚੌਂਕੇ ਵਿੱਚ ਨਹੀਂ ਸੀ ਆਏ ਉਹਨਾਂ ਚਿਰ ਚੌਂਕਾ ਚੰਗਾ ਸੀ, ਹੁਣ ਇਹ ਚੌਂਕਾ ਜਿਹੜਾ ਪਿੱਟਿਆ ਗਿਆ। ਕਹਿਣ ਲੱਗੇ ਵੀ ਉਹ ਕਿਵੇਂ, ਆਪ ਜੀ ਸਾਨੂੰ ਦੱਸੋ, ਕਿਉਂਕਿ ਅਸੀਂ ਆਪਣੇ ਆਪ ਨਹੀਂ ਜਾਣ ਸਕਦੇ। ਫਿਰ ਗੁਰੂ ਸਾਹਿਬ ਨੇ ਗੁਰਬਾਣੀ ਦੇ ਰਾਹੀਂ ਦੱਸਿਆ ਕਿ ਕੁਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂੜੀ, ਮੁੱਠੀ ਕ੍ਰੋਧ ਚੰਡਾਲ। ਆ ਜਿਹੜੀ ਤੁਹਾਡੀ ਹੈ ਨਾ ਖੋਟੀ ਅਕਲ ਮਤ ਬੁੱਧ, ਇਹ ਖੋਟੀ ਬੁੱਧੀ ਜਿਹੜੀ ਹੈ ਡੂਮਣੀ ਹੈ, ਮਰਾਸਣ ਹੈ ਤੁਹਾਡੇ ਨਾਲ ਆਈ ਹੋਈ, ਜਿਹੜੀ ਤੁਸੀਂ ਖੋਟੀ ਦਇਆ ਕਰਦੇ ਹੋ ਵੀ ਆ ਜੀਵਾਂ ਦੀ ਬਲੀ ਜੀ ਦੇ ਕੇ ਵੀ ਇਹ 100 ਸਾਲ ਹੁਣ ਸਵਰਗ ਵਿੱਚ ਸੁਖ ਮਾਣੇਗਾ। ਅਤੇ ਇਹ ਖੋਟੀ ਦਇਆ ਕਰਦੇ ਵੀ ਜੀਵ ਹਿੰਸਾ ਕਰਦੇ ਹੋ, ਅਤੇ
ਤੁਸੀਂ ਆਪਣੀ ਬਲੀ ਕਿਉਂ ਨਹੀਂ ਦੇ ਲੈਂਦੇ, ਜਿਸ ਕਰਕੇ ਤੁਸੀਂ ਸਵਰਗ ਦਾ ਰਾਜ ਮਾਣੋ 100 ਸਾਲ। ਇਹ ਖੋਟੀ ਦਇਆ ਤੁਹਾਡੇ ਨਾਲ ਕਸਾਇਣ ਆਈ ਹੋਈ ਹੈ। ਕਸਾਈ ਦੀ ਘਰਵਾਲੀ ਜਿਹੜੀ ਪਰਾਈ ਨਿੰਦਿਆ ਜੀ ਕਰਦੇ, ਔਰ ਇਹਦੇ ਵਿੱਚ ਇਹ ਤੁਹਾਡੇ ਨਾਲ ਜਿਹੜੀ ਹੈ ਚੂੜੀ ਆਈ ਹੋਈ ਹੈ। ਕ੍ਰੋਧ ਵਾਲੀ ਜਿਹੜੀ ਬਿਰਤੀ ਹੈ, ਅਤੇ ਲੁੱਟ ਖਸੁੱਟ ਕਰਨ ਵਾਲੀ ਬਿਰਤੀ ਹੈ, ਇਹ ਜਿਹੜੀ ਚੰਡਾਲਣ ਹੈ। ਜਦੋਂ ਇਹ ਤੁਹਾਡੇ ਨਾਲ ਆ ਕੇ ਚਾਰ ਬੈਠੀਆਂ ਹੋਈਆਂ, ਅਤੇ ਲਕੀਰਾਂ ਕੱਢਣ ਦਾ ਕੋਈ ਕੰਮ ਹੀ ਨਹੀਂ ਹੈ, ਉਹ ਕੋਈ ਫਾਇਦਾ ਨਹੀਂ। ਇਹ ਸੁਣ ਕੇ ਕਹਿਣ ਲੱਗੇ ਵੀ ਮਹਾਰਾਜ ਫਿਰ ਸਾਡਾ ਚੁੱਲ੍ਹਾ ਜਿਵੇਂ ਭਿੱਟਿਆ ਗਿਆ ਹੈ ਤੇ ਕਿਵੇਂ ਪਵਿੱਤਰ ਹੋਵੇ, ਆਪ ਜੀ ਸਾਨੂੰ ਦੱਸੋ। ਫਿਰ ਗੁਰੂ ਸਾਹਿਬ ਨੇ ਕਿਹਾ ਹੈ, ਸੱਚ ਸੰਜਮ ਕਰਨੀ ਕਾਰਾ ਨਾਵਣ ਨਾਮ ਜਪੇਹੀ। ਜਿਹੜਾ ਸੱਚ ਬੋਲਣਾ ਹੈ, ਪਤ ਪਰਹੇਜ਼ ਰੱਖਣਾ ਹੈ। ਸੱਚ ਬੋਲਣ ਨਾਲ ਕਬੁੱਧ ਰੂਪੀ ਡੂਮਣੀ ਚਲੀ ਜਾਂਦੀ ਹੈ, ਕਦਇਆ ਰੂਪੀ ਕਸਾਇਣ ਸੰਜਮ ਪਤ ਪਰਹੇਜ਼ ਨਾਲ ਚਲੀ ਜਾਂਦੀ ਹੈ। ਪਰਮੇਸ਼ਰ ਦੀ ਭਗਤੀ ਕਰਨ ਨਾਲ ਪਰਾਈ ਨਿੰਦਿਆ ਰੂਪ ਚੂੜੀ ਚਲੀ ਜਾਂਦੀ ਹੈ। ਜਿਹੜੀ ਕ੍ਰੋਧ ਰੂਪੀ ਚੰਡਾਲਣ ਹੈ, ਇਹ ਪਰਮੇਸ਼ਰ ਦੇ ਨਾਮ ਜਪਣੇ ਨਾਮ ਜਪਾ ਰੂਪ ਨਹਾਉ ਦੇ ਨਾਲ ਚਲੀ ਜਾਂਦੀ। ਇਹ ਚਾਰ ਸ਼ੁਭ ਕਾਰਾਂ ਕੱਢਣੀਆਂ ਕਰੋ, ਅਤੇ ਉਹ ਉੱਤਮ ਹੈ। ਜਿਹੜੇ ਕਿਸੇ ਨੂੰ ਪਾਪਾਂ ਦੇ ਪੰਧ ਕਹੀਏ, ਪਾਪਾਂ ਦੇ ਰਸਤੇ 'ਤੇ ਜਾਣ ਦੀ ਸਿੱਖਿਆ ਨਹੀਂ ਦਿੰਦੇ, ਪਾਪਾਂ ਵਾਲੇ ਕੰਮ ਕਰਨ ਨੂੰ ਨਹੀਂ ਕਹਿੰਦੇ ਹੈ, ਕਿਉਂਕਿ ਉਹ ਜਿਹੜੇ ਐਸਾ ਨਾਮ ਦਾ ਨਾਮ ਪਰਮੇਸ਼ਰ ਦੇ ਨਾਮ ਜਪਣ ਰੂਪ ਇਸ਼ਨਾਨ ਕਰਦੇ, ਨਾਮ ਜਪਣ ਰੂਪ ਨਹਾਉਣਾ ਕਰਦੇ, ਉਹਨਾਂ ਦੇ ਨਾਲ ਇਹ ਚਾਰ ਜਿਹੜੇ ਸ਼ੁਭ ਕਾਰਾਂ ਕੱਢਦੇ, ਉਹਨਾਂ ਦੇ ਇੱਥੇ ਔਗਣ ਨਹੀਂ ਰਹਿ ਜਾਂਦੇ, ਨੀਚਣੀਆਂ ਨਹੀਂ ਰਹਿ ਜਾਂਦੀਆਂ। ਕਿਉਂਕਿ ਜਿਹੜੇ ਕੋਈ ਪਾਪਾਂ ਦੇ ਰਸਤੇ 'ਤੇ ਤੋਰਦੇ, ਅਤੇ ਫਿਰ ਉਹ ਕੋਈ ਉੱਤਮ ਨਹੀਂ ਹੈ। ਉੱਤਮ ਤਾਂ ਉਹ ਹੈ ਜਿਹੜੀ ਪਾਪਾਂ ਦੀ ਸਿੱਖਿਆ ਨਹੀਂ ਦਿੰਦੇ। ਪੰਧ ਕਹੀਏ ਸਿੱਖਿਆ, ਪੰਧ ਕਹੀਏ ਉਪਦੇਸ਼, ਪੰਧ ਕਹੀਏ ਚਰਨ ਜਿਹੜਾ ਨਹੀਂ ਪਾਉਂਦੇ ਪਾਪਾਂ ਦੇ ਰਸਤੇ ਉੱਪਰ। ਜਿਵੇਂ ਆ ਮੁਸਲਮਾਨਾਂ ਦੇ ਮੱਤ ਵਿੱਚ ਹੈ ਕਿ ਹਿੰਦੂ ਨੂੰ ਜਿਹੜਾ ਤੁਸੀਂ ਲੁੱਟੋ ਖਸੁੱਟੋ, ਮਾਰ ਖਪਾ ਕੇ ਦੀਨ ਬਣਾ ਲਓ ਅਤੇ ਬੜਾ ਪੁੰਨ ਹੋਏਗਾ। ਇਹ ਪਾਪਾਂ ਦਾ ਰਸਤਾ ਹੈ। ਇਸੇ ਤਰ੍ਹਾਂ ਹੀ ਜਿਹੜਾ ਕਹਿਣਾ ਵੀ ਮਾਰ ਘਾਟ ਕਰਕੇ ਸ਼ਰਾਧ ਕਰਾ ਲਓ ਔਖਿਆਂ ਸੌਖਿਆਂ ਹੋ ਕੇ ਅੱਸੂ ਦੇ ਮਹੀਨੇ ਵਿੱਚ, ਅਤੇ ਉਹਨਾਂ ਵੀ ਉੱਤੋਂ ਨਹੀਂ ਹੁੰਦੀ, ਉਹ ਵੀ ਵੱਡੀਏ ਹੱਥ ਦਲਾਲ ਕੇ ਮੁਸਰੀ ਇਹ ਕਰੇ ਧਰਮ ਰਾਜਾ। ਇਹ ਅਨਿਆਂ ਕਰਦਾ ਵੀ ਉਹਨਾਂ ਦੇ ਵੀ ਹੱਥ ਹੀ ਵੱਡੇ ਜਾਂਦੇ, ਜਿਹੜੇ ਦਲਾਲੀ ਇਹੋ ਜਿਹੀ ਕਰਦੇ, ਇਹ ਜਿਹੇ ਰਸਤੇ 'ਤੇ ਬਿਠਾਉਂਦੇ ਹੈ। ਇਸ ਤਰ੍ਹਾਂ ਇਹ ਜਿਹੜਾ ਉਪਦੇਸ਼ ਕੀਤਾ, ਜਿਵੇਂ ਜਿਹੜੀ ਗੰਗਾ ਹੈ, ਗੰਗਾ ਮਾਈ ਜਿਸ ਨੇ ਇਸ ਤੱਟ ਦੇ ਉੱਪਰ ਬੈਠ ਕੇ ਤਪ ਕੀਤਾ ਸੀ, ਜਿਸ ਕਰਕੇ ਗੰਗਾ ਨਾਮ ਹੋਇਆ ਇਸ ਨਦੀ ਦਾ, ਉਹ ਜਿਵੇਂ ਗੁਰੂ ਸਾਹਿਬ ਜੀ ਦੇ ਆ ਕੇ ਉਸਨੇ ਚਰਨ ਪਰਸੇ ਹੈ, ਮਹਿਮਾ ਕੀਤੀ ਹੈ, ਉਹ ਰਹਿੰਦਾ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਕਥਾ ਵਿਚਾਰ ਆਉਂਦੀ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਉਂ ਪੁਨੀਤ ਜੇ ਚੌਕਾ ਹੋਏ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਜੋ ਉਪਰੋਕਤ ਅਸਾਂ ਨੇ ਸ਼ੁਭ ਕਾਰਾਂ ਕਹੀਆਂ, ਸੱਚ ਬੋਲਣ ਰੂਪ, ਪਤ ਪਰਹੇਜ਼ ਸੰਜਮ ਰੱਖਣਾ, ਪਰਮੇਸ਼ਰ ਦੀ ਭਗਤੀ ਕਰਨੀ, ਵਾਹਿਗੁਰੂ ਦਾ ਨਾਮ ਜਪਣ ਰੂਪ ਨਹਾਉਣਾ, ਇਸ਼ਨਾਨ ਕਰਨਾ, ਇਹ ਸ਼ੁਭ ਕਾਰਾਂ ਜੇ ਤੁਸੀਂ ਕੱਢੋ, ਜੇ ਤੁਹਾਡਾ ਚੌਂਕਾ ਐਵੇਂ ਪਨੀਤ ਪਵਿੱਤਰ ਹੋ ਜਾਏ, ਭੇਟਿਓ ਜਾਏ ਨਾ ਕਬਹੋਂ ਸੋਏ। ਫਿਰ ਕਦੀ ਵੀ
ਮਨ ਰੂਪੀ ਹਿਰਦਾ ਰੂਪ ਚੌਂਕਾ ਕਦੀ ਭਿੱਟਿਆ ਨਹੀਂ ਜਾਏਗਾ, ਕਿਸੇ ਵੀ ਯਤਨ ਨਾਲ ਕਦੀ ਨਹੀਂ ਖਰਾਬ ਹੋਏਗਾ। ਇਹ ਜਿਹੜੀਆਂ ਨੀਚਣੀਆਂ ਚਲੇ ਜਾਣਗੀਆਂ ਜਦੋਂ ਤੁਸੀਂ ਇਹ ਸ਼ੁਭ ਕਾਰਾਂ ਕੱਢਣੀਆਂ ਕਰੋਗੇ। ਇਸ ਪ੍ਰਕਾਰ ਤੁਮ ਔਰ ਮਹਤਾਰ ਹੋ। ਇਸ ਤਰ੍ਹਾਂ ਤੁਸੀਂ ਆਪਣੇ ਹਿਰਦੇ ਦੇ ਵਿੱਚ ਇਹ ਗੁਣ ਧਾਰੋ। ਮਨ ਮਲੀਨਤਾ ਸਰਬ ਨਿਵਾਰ ਹੋ। ਮਨ ਦੀ ਜਿਹੜੀ ਮਲੀਨਤਾ ਹੈ ਉਹ ਸਾਰੀ ਦੂਰ ਕਰੋ। ਸ੍ਰੀ ਨਾਨਕ ਕੇ ਸੁਨ ਬਚ ਐਸੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਐਸੇ ਸਾਰੇ ਜਾਣੇ ਬਚਨ ਸੁਣ ਕੇ ਔਰ ਮਹਿ ਗੁਣਤ ਹੁਤੋ ਮਨ ਜੈਸੇ। ਜਿਸ ਤਰ੍ਹਾਂ ਇਹ ਮਨਾਂ ਵਿੱਚ ਆਪਣੇ ਹਿਰਦੇ ਵਿੱਚ ਵਿਚਾਰ ਰਹੇ ਸੀ ਵੀ ਜਿਵੇਂ ਇਹਨਾਂ ਦੇ ਮਨ ਦੇ ਖਿਆਲ ਸਨ, ਉਸੇ ਤਰ੍ਹਾਂ ਇਹ ਮਹਾਰਾਜ ਜੀ ਨੇ ਕਹੇ ਹੈ ਤੇ ਉਸੇ ਤਰ੍ਹਾਂ ਇਹ ਸੁਣ ਕੇ ਜਾਣੇ ਆਪਣੇ ਸਰਬ ਵਿਕਾਰਨਾ। ਆਪਣੇ ਮਨ ਦੇ ਸਾਰੇ ਵਿਕਾਰ ਇਹਨਾਂ ਨੇ ਜਾਣੇ ਵੀ ਇਹ ਤੇ ਬਿਲਕੁਲ ਠੀਕ ਹੈ, ਜਿਵੇਂ ਸਾਡੇ ਮਨਾਂ ਵਿੱਚ ਹੋ ਰਿਹਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਉਸੇ ਤਰ੍ਹਾਂ ਹੀ ਜਾਣਿਆ ਸਮਝਿਆ ਹੈ। ਚਾਹਤ ਭਏ ਅਬ ਕਿਉਂ ਹੋਇ ਟਾਰਨਾ। ਤੇ ਚਾਹੁਣ ਲੱਗੇ ਹੈ ਵੀ ਹੁਣ ਉਹ ਅਬ ਕਿਉਂ ਹੈ ਟਾਰਨ, ਹੁਣ ਕਿਉਂ ਵੀ ਜਿਹੜਾ ਉਹ ਟਾਲਣਾ ਹੋਵੇ, ਕਿਵੇਂ ਟਾਲਣਾ ਹੋਵੇ। ਅਵਰ ਠੌਰ ਤੇ ਮਨ ਕੋ ਮੋਰਾ। ਇਹਨਾਂ ਨੇ ਉਸੇ ਵੇਲੇ ਆਪਣਾ ਜਿਹੜਾ ਮਨ ਹੋਰਾਂ ਥਾਵਾਂ ਤੋਂ ਮੋੜਿਆ ਹੈ ਵਿਕਾਰਾਂ ਪਾਸੋਂ। ਸ੍ਰੀ ਗੁਰ ਪਗ ਮਹਿ ਨਿਸ਼ਚਾ ਜੋਰਾ। ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਪਣੇ ਮਨ ਦਾ ਨਿਸ਼ਚਾ ਭਰੋਸਾ ਪੂਰਾ ਪੱਕਾ ਕਰਕੇ ਜੋੜਿਆ ਹੈ। ਬਿਨਾ ਭਨਤ ਹਮ ਕੋ ਸਿੱਖ ਕੀਜੈ। ਬੇਨਤੀਆਂ ਕਹਿਣ ਲੱਗੇ ਗੁਰੂ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਆਪਣਾ ਸਿੱਖ ਕਰ ਲਈਏ ਜੀ। ਸ਼ਰਨ ਪਰੇ ਕੀ ਲਾਜ ਰਖੀਜੈ। ਅਸੀਂ ਤੁਹਾਡੀ ਸ਼ਰਨ ਪੈ ਗਏ ਹਾਂ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸੁਆਮੀ ਸੰਦਾ ਸ਼ਰਨ ਪਰੇ ਕੀ ਰਾਖਦੇ ਅੱਲਾ। ਮਹਾਰਾਜ ਸ਼ਰਨ ਪਏ ਆਪ ਜੀ ਦੀ, ਸਾਡੀ ਇੱਜ਼ਤ ਅਬਰੂ ਰੱਖੋ ਜੀ। ਦੋਹਰਾ ਜਿਉ ਜਾਨਹਾ ਤਿਉ ਤਾਰੀਏ। ਜਿਵੇਂ ਆਪ ਜੀ ਮੌਜ ਨਾਲ ਜਾਣਦੇ ਹੋ ਉਸੇ ਤਰ੍ਹਾਂ ਹੀ ਉਪਦੇਸ਼ ਦੇ ਕੇ ਤਾਰੀਏ ਜੀ। ਔਰ ਨਾ ਹਮ ਕੋ ਥਾਏ। ਸਾਨੂੰ ਤੁਹਾਡੇ ਤੋਂ ਬਿਨਾ ਹੁਣ ਹੋਰ ਕੋਈ ਥਾਂ ਨਹੀਂ ਹੈ ਜਿੱਥੋਂ ਤਰ ਸਕਦੇ ਹਾਂ। ਪਰਮੇਸ਼ਰ ਕੋ ਰੂਪ ਹੋ। ਕਿਉਂਕਿ ਤੁਸੀਂ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹੋ ਜੀ। ਜਪੈ ਤਿਹਾਰੋ ਨਾਏ। ਤੇ ਤੁਹਾਡਾ ਹੀ ਅਸੀਂ ਜਿਹੜਾ ਨਾਮ ਹੁਣ ਜਪਾਂਗੇ। ਚੌਪਈ ਲਖੇ ਦੀਨਾ ਗੁਰ ਬੈਨ ਉਚਾਰੇ। ਜਦੋਂ ਬੜੇ ਆਏ ਨਿਮਾਣੇ ਦੀਨ ਜੇ ਹੋਏ ਜਾਣੇ ਆ ਸਤਿਗੁਰਾਂ ਨੇ ਤੇ ਬਚਨ ਕਹੇ। ਜਿਤਨੋ ਹੈ ਧਨ ਪਾਸ ਤੁਮਾਰੇ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਜਿੰਨਾ ਵੀ ਤੁਹਾਡੇ ਕੋਲ ਹੈ ਨਾ ਘਰ ਘਾਟ ਵਿੱਚ ਪੈਸਾ, ਪਰਮੇਸ਼ਰ ਹਿਤ ਸਰਬ ਲਟਾਵਹੋ। ਉਹ ਪਰਮੇਸ਼ਰ ਦੇ ਨਿਮਿਤ ਪਰਮੇਸ਼ਰ ਦੇ ਵਾਸਤੇ ਉਹ ਸਾਰਾ ਹੀ ਲੁਟਾ ਦਿਓ, ਦਾਨ ਪੁੰਨ ਕਰ ਦਿਓ। ਪੁਨ ਸਿੱਖ ਹੋਏ ਪਰਮ ਸੁਖ ਪਾਵਹੋ। ਫਿਰ ਸਾਡੇ ਸਿੱਖ ਹੋ ਕੇ ਤੇ ਮਹਾਨ ਕੇਵਲ ਮੁਕਤੀ ਦਾ ਸੁਖ ਪਾਓ ਸਾਰੇ। ਤਿਹ ਸ਼ਨ ਜਿਨ ਜਿਨ ਮਾਨੀ ਆਇਸ। ਉਸ ਸਮੇਂ ਜਿਨ੍ਹਾਂ ਨੇ ਸਤਿਗੁਰ ਜੀ ਦੀ ਆਗਿਆ ਮੰਨੀ ਹੈ, ਸਰਬ ਦਰਬ ਕੋ ਦੀਨ ਲਟਾਇਸ। ਉਹਨਾਂ ਨੇ ਉਸੇ ਵੇਲੇ ਜੋ ਕੁਝ ਵੀ ਕੋਲ ਹੈ ਸੀ ਆਪਣਾ ਸਾਰਾ ਹੀ ਧਨ ਦੌਲਤ ਪੈਸਾ ਲੁਟਾ ਦਿੱਤਾ ਹੈ, ਦਾਨ ਪੁੰਨ ਕਰ ਦਿੱਤਾ ਸਾਧੂ ਸੰਤਾਂ ਵਿੱਚ। ਤਿਨ ਪਰ ਮੇਰਾ ਦ੍ਰਿਸ਼ਟ ਜਗ ਤੇ ਸਾ। ਜਗਤ ਦੇ ਮਾਲਕ ਗੁਰੂ ਸਾਹਿਬ ਜੀ ਨੇ ਉਹਨਾਂ ਉੱਪਰ ਬੜੀ ਮਿਹਰ ਦੀ ਦ੍ਰਿਸ਼ਟੀ ਨਾਲ ਸਤ ਨਾਮ ਕੋ ਦੀਅ ਉਪਦੇਸਾ। ਮਿਹਰ ਦੀ ਦ੍ਰਿਸ਼ਟੀ ਕਰਦੇ ਹੋਏ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਬਖਸ਼ਿਆ ਸਭ ਨੂੰ। ਪ੍ਰੇਮ ਨਾਮ ਕੋ ਰੰਗ ਚੜਾਵਾ। ਜਿਹੜੇ ਵਾਹਿਗੁਰੂ ਦੇ ਨਾਮ ਦਾ ਪ੍ਰੇਮ ਹੈ
ਉਹ ਪ੍ਰੇਮ ਦੇ ਨਾਮ ਦੇ ਪ੍ਰੇਮ ਦਾ ਰੰਗ ਚੜਾ ਦਿੱਤਾ ਹੈ ਸਭ ਨੂੰ। ਮਨ ਕੋ ਸ਼ਾਂਤ ਦਈ ਸੁਖ ਪਾਵਾ। ਮਨ ਨੂੰ ਸਭ ਨੂੰ ਸ਼ਾਂਤੀ ਦਿੱਤੀ ਹੈ ਉਪਦੇਸ਼ ਦੇ ਕੇ, ਸਭ ਨੇ ਬਹੁਤ ਸੁਖ ਪਾਇਆ ਹੈ। ਅੰਤ ਕਾਲ ਮਹਿ ਸ਼ੁਭ ਗਤ ਪਾਈ। ਜਿਨ੍ਹਾਂ ਜਿਨ੍ਹਾਂ ਗੁਰੂ ਸਾਹਿਬ ਦੀ ਆਗਿਆ ਮੰਨੀ ਹੈ ਉਹ ਅੰਤ ਸਮੇਂ ਉਹਨਾਂ ਸਾਰਿਆਂ ਨੇ ਚੰਗੀ ਗਤ ਪਾਈ ਹੈ, ਚੰਗੀ ਜਿਹੜੀ ਮੁਕਤੀ ਪਾਈ ਹੈ। ਜੀਵਤ ਨਾਮ ਬਿਖਲ ਵਲਾਈ। ਜੀਂਦਿਆਂ ਜਿਹੜਾ ਜਿੰਨਾ ਚਿਰ ਉਹ ਜੀਂਦੇ ਰਹੇ ਨਾਮ ਦੇ ਵਿੱਚ ਹੀ ਮਨ ਦੀ ਲਿਵ ਲਾਈ ਹੈ। ਉਪਦੇਸ਼ ਮੰਨ ਕੇ ਗੁਰ ਕਹਿਆ ਸਾਕਾਰ ਕਮਾਵਹੁ। ਜੋ ਗੁਰੂ ਨੇ ਕਿਹਾ ਹੈ ਉਹਨਾਂ ਉਹੀਓ ਕਾਰ ਕਮਾਈ ਹੈ। ਅਤੇ ਜੀਂਦੇ ਜੀ ਆਪਣਾ ਜਿਹੜਾ ਨਾਮ ਵਿੱਚ ਹੀ ਬਿਰਤੀ ਰੱਖੀ ਹੈ, ਜਿੰਨਾ ਚਿਰ ਸਵਾਸ ਰਹੇ ਉਹਨਾਂ ਦੀ, ਅਤੇ ਜਿੰਨਾ ਹੀ ਧਨ ਪੈਸਾ ਸੀ ਉਹ ਸਭ ਲੁਟਾ ਦਿੱਤਾ ਸੀ ਸਾਧੂ ਸੰਤਾਂ ਨੂੰ। ਦੋਹਰਾ ਇਸ ਪ੍ਰਕਾਰ ਸੋ ਸਿੱਖ ਕਰੇ। ਇਸ ਤਰ੍ਹਾਂ ਉਹਨਾਂ ਨੂੰ ਸਿੱਖ ਕਰਕੇ ਰੈਨ ਭਾਈ ਪੁਨ ਆਏ। ਗੁਰੂ ਸਾਹਿਬ ਜੀ ਨੂੰ ਐਵੇਂ ਉਹ ਜਿੰਨੇ ਸਿੱਖ ਕੀਤੇ ਹੈ ਉਹ ਸਮਾਂ ਦਿਨ ਬੀਤ ਗਿਆ, ਰਾਤ ਹੋ ਆਈ ਹੈ। ਰੈਣ ਭਾਈ ਪੁਨ ਆਏ, ਫਿਰ ਰਾਤ ਹੋ ਆਈ ਹੈ। ਸ੍ਰੀ ਗੰਗਾ ਤਨ ਤਾਰਕਾ। ਜਦੋਂ ਰਾਤ ਹੋਈ ਮੌਕਾ ਜਿਹਾ ਦੇਖ ਕੇ ਜਿਹੜੀ ਸੁਭਾਏਮਾਨ ਗੰਗਾ ਮਾਈ ਹੈ, ਜਿਹਨੂੰ ਗੰਗਾ ਮਾਤਾ ਕਿਹਾ ਜਾਂਦਾ ਹੈ, ਅਤੇ ਜਿਸ ਨੇ ਇੱਥੇ ਬੈਠ ਕੇ ਤਪ ਕੀਤਾ ਸੀ, ਜਿਸ ਕਰਕੇ ਨਦੀ ਦਾ ਨਾਮ ਗੰਗਾ ਹੋਇਆ। ਅਤੇ ਉਹ ਕਿਉਂਕਿ ਜਿਹੜੇ ਐਸਾ ਤਪ ਕਰਦੇ ਉਹ ਅਮਰ ਅਬਿਨਾਸੀ ਹੋ ਜਾਂਦੇ। ਉਹ ਗੰਗਾ ਮਾਈ ਸੂਖਮ ਜਿਹੜਾ ਰੂਪ ਧਾਰ ਕੇ ਸਰੀਰ ਧਾਰ ਕੇ ਆਈ ਹੈ, ਤਨ ਧਾਰ ਕੇ ਚੱਲ ਪਹੁੰਚੀ ਤਿਹ ਥਾਏ। ਜਿਸ ਥਾਂ ਸਤਿਗੁਰੂ ਜੀ ਬਿਰਾਜਮਾਨ ਸਨ ਉਸ ਥਾਂ ਕੇ ਚੱਲ ਕੇ ਪਹੁੰਚੀ ਹੈ। ਚੌਪਈ ਕੰਚਨ ਥਾਰ ਲਿਏ ਨਿਜ ਹਾਥਾ। ਇਸ ਗੰਗਾ ਮਾਈ ਨੇ ਆਪਣੇ ਹੱਥਾਂ ਵਿੱਚ ਸੋਨੇ ਦਾ ਥਾਲ ਲਿਆ ਹੋਇਆ ਸੀ। ਭਰਿਓ ਨਿਹਕ ਮੁਕਤਾ ਕੇ ਸਾਥਾ। ਜੋ ਥਾਲ ਹੀਰੇ ਤੇ ਸੁੱਚੇ ਮੋਤੀਆਂ ਨਾਲ ਹੀ ਭਰਿਆ ਹੋਇਆ ਸੀ। ਧਰੀ ਭੇਟ ਸ੍ਰੀ ਗੁਰੂ ਅਗਾਰੀ। ਜਾਂਦਿਆਂ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਜਾ ਧਰੀ ਹੈ ਭੇਟਾ, ਹੀਰੇ ਮੋਤੀਆਂ ਨਾਲ ਭਰਿਆ ਹੋਇਆ ਥਾਲ। ਕਰ ਪਦ ਬੰਦਨਾ ਗਿਰਾ ਉਚਾਰੀ। ਮਹਾਰਾਜ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਤੇ ਇਹ ਗੰਗਾ ਮਾਈ ਨੇ ਕਿਹਾ, ਦੁਸਤਰ ਅਤ ਕਲਮਲ ਕਲ ਕਾਲਾ। ਮਹਾਰਾਜ ਇਹ ਕਲਯੁਗ ਦੇ ਸਮੇਂ ਵਿੱਚ ਬਹੁਤ ਪਾਪ ਵੱਧ ਗਏ, ਬੜਾ ਕਠਨ ਤੋਂ ਕਠਨ ਹੀ ਸਮਾਂ ਆ ਗਿਆ ਹੈ। ਮੋਤੇ ਸਹੇ ਨਾ ਜਾਏ ਕਿਰਪਾਲਾ। ਇਹ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ, ਉਹ ਜਿਹੜੇ ਜੀਵ ਹੈ ਉਹ ਇੱਥੇ ਆ ਕੇ ਇਸ਼ਨਾਨ ਕਰਦੇ ਹੈ, ਜਿਸ ਕਰਕੇ ਪਾਪਾਂ ਦਾ ਭਾਰ ਮੇਰੇ ਤੋਂ ਸਹਿਆ ਨਹੀਂ ਜਾ ਰਿਹਾ। ਕਿਰਪਾ ਧਾਰ ਸੋ ਕਰਹੁ ਪਾਈ। ਆਪਣੀ ਕਿਰਪਾ ਕਰਕੇ ਧਾਰ ਕੇ ਮਹਾਰਾਜ ਉਹ ਉਪਰਾਲਾ ਯਤਨ ਕਰੋ ਜੀ। ਜਾਂ ਤੇ ਹੋਇਆ ਸੁਖ ਮੋਹਿ ਸਦਾਈ। ਜਿਸ ਕਰਕੇ ਮੈਨੂੰ ਸਦਾ ਹੀ ਸੁੱਖ ਹਮੇਸ਼ਾ ਹੀ ਰਹੇ। ਵੀ ਇੱਕ ਤੇ ਹੁੰਦਾ ਨਾ ਵੀ ਚੱਲ ਤੂੰ ਹੁਣ ਠੀਕ ਹੋ ਜਾਏਂਗੀ ਜਾਂ ਠੀਕ ਹੋ ਜਾਏਗਾ, ਤੇ ਫਿਰ ਕੁਝ ਸਮੇਂ ਬਾਅਦ ਢਿੱਲੇ ਮੱਠੇ ਹੋ ਜਾਣਾ। ਇੱਕ ਹੁੰਦਾ ਵੀ ਸਦਾ ਵੀ ਸੁੱਖ ਸਦਾ ਰਹੇ। ਇਹ ਕਹਿਣ ਲੱਗੀ ਮਹਾਰਾਜ ਐਸਾ ਉਪਰਾਲਾ ਯਤਨ ਕਰੋ, ਮੈਨੂੰ ਦੱਸ ਦਿਓ ਵਿਧੀ ਵਿਧਾਨ, ਜਿਸ ਕਰਕੇ ਮੈਂ ਹਮੇਸ਼ਾ ਹੀ ਸੁੱਖ ਦੇ ਨਾਲ ਰਹਾ। ਤੁਮ ਉਪਕਾਰ ਕਰਨ ਕੇ ਹੇਤਾ। ਕਿਉਂਕਿ ਤੁਸੀਂ ਤੇ ਪਰਾਇਆਂ ਦਾ ਭਲਾ ਕਰਨ ਵਾਸਤੇ, ਉਪਕਾਰ ਕਰਨ ਵਾਸਤੇ ਹੀ ਦੇਹ ਧਰੀ ਬੇਦੀ ਕੁਲ ਕੇਤਾ। ਬੇਦੀਆਂ ਦੇ ਕੁਲ ਦੇ ਧੁਜਾ ਰੂਪ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੇ ਮਨੁੱਖ ਦੇ ਧਰੀ ਹੈ।
ਦੂਸਰਿਆਂ ਦੇ ਭਲੇ ਵਾਸਤੇ ਉਪਕਾਰ ਕਰਨ ਵਾਸਤੇ ਹੀ। ਸੁਨ ਕਰ ਸੁਰ ਸਰ ਕੀ ਅਸਬਾਨੀ, ਸੁਣ ਕਰਕੇ ਗੰਗਾ ਦੀ ਐਸੀ ਬਾਣੀ। ਕਿਰਪਾ ਧਾਰ ਬੋਲੇ ਗੁਣ ਖਾਨੀ, ਕਿਰਪਾ ਕਰਕੇ ਗੁਣਾ ਦੀ ਖਾਨ ਸਤਿਗੁਰੂ ਜੀ ਬੋਲੇ ਐ। ਜੇ ਪਰਮੇਸ਼ਰ ਪਰਮ ਪਿਆਰੇ, ਕਿਆ ਵੀ ਹੈ ਗੰਗਾ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਆ ਨਾ ਸੰਤ ਭਗਤ ਜਨ, ਕਰਹੁ ਧਿਆਨ ਤਿਨ ਸਾਂਝ ਸਕਾਰੇ। ਤੋ ਉਹਨਾਂ ਦੇ ਚਰਨਾਂ ਦਾ ਸ਼ਾਮ ਸਵੇਰੇ ਹੀ ਧਿਆਨ ਧਰਿਆ ਕਰ, ਧਿਆਨ ਕਰਿਆ ਕਰ। ਤੋ ਮਹਿ ਚਰਨਾ ਆਨ ਜਬ ਪਾਵਾ, ਜਦੋਂ ਤੂੰ ਉਹਨਾਂ ਨੂੰ ਸਿਮਰੇਂਗੀ, ਯਾਦ ਕਰੇਂਗੀ, ਉਹਨਾਂ ਦੇ ਚਰਨਾਂ ਦਾ ਧਿਆਨ ਕਰੇਂਗੀ ਹੇ ਗੰਗਾ, ਤੇ ਉਹ ਸੰਤ ਸਾਧੂ ਤੇਰੇ ਵਿੱਚ ਆਣ ਕੇ ਜਦੋਂ ਆਪਣੇ ਚਰਨ ਪਾਉਣਗੇ, ਤਤ ਛਿਨਤ ਮਰੇ ਕਲਖ ਨਸਾਵੈ। ਬੜੀ ਛੇਤੀ ਜਿਹੜੇ ਤੇਰੇ ਪਾਪ ਹੈ ਸਾਰੇ ਨਾਸ ਹੋ ਜਾਣਗੇ, ਨੱਠ ਜਾਣਗੇ, ਕਿਉਂਕਿ ਸੰਤਾਂ ਦੇ ਜਿਹੜੇ ਚਰਨਾਂ ਦੀ ਧੂੜੀ ਬੜੀ ਮਹਾਨ ਦਰਸਾਈ ਹੈ। ਗੁਰੂ ਰਾਮਦਾਸ ਮਹਾਰਾਜ ਨੇ ਚੌਥੇ ਪਾਤਸ਼ਾਹ ਜੀ ਨੇ ਬਚਨ ਕੀਤੇ ਮਲਾਰ ਰਾਗ ਦੇ ਵਿੱਚ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਜਿਲ ਵਿਖ ਮੈਲ ਭਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੀਰਥ 68 ਮੱਜਨ ਨਹਾਈ, ਸਤ ਸੰਗਤ ਕੀ ਧੂਰ ਪਰੀ ਉਡ ਨੇਤਰੀ ਸਭ ਦੁਰਮਤ ਮੈਲ ਗਵਾਈ। ਇਹ ਗੁਰੂ ਰਾਮਦਾਸ ਮਹਾਰਾਜ ਸੰਤਾਂ ਦੇ ਚਰਨਾਂ ਦੀ ਜਿਹੜੀ ਧੂੜੀ ਦੇ ਨਾਮ ਦੀ ਮਹਿਮਾ ਦਰਸਾਉਂਦੇ ਹੋਏ ਕਹਿ ਰਹੇ ਹੈ ਕਿ ਜਿਹੜੀ ਗੰਗਾ ਹੈ, ਜਮਨਾ ਹੈ, ਗੋਦਾਵਰੀ ਸਰਸਵਤੀ ਹੈ, ਤੇ ਕਰੈ ਉਦਮ ਧੂਰ ਸਾਧੂ ਕੀ ਤਾਈ। ਉਹ ਵੀ ਸਾਧੂ ਦੀ ਵੀ ਧੂੜੀ ਮਿਲ ਜਾਵੇ, ਉਹ ਵੀ ਉਦਮ ਕਰਦੇ ਹੈ, ਯਤਨ ਕਰਦੇ। ਇਹ ਨਦੀਆਂ ਵੀ ਮਹਾਨ ਜੋ ਕਹੀਆਂ ਗਈਆਂ ਕਿਉਂ ਕਰਦੀਆਂ, ਕਿਉਂਕਿ ਉਹ ਕਹਿੰਦੀਆਂ ਕਿਲ ਵਿਖ ਮੈਲ ਭਰੇ ਭਰੇ ਹਮਰੈ ਵਿੱਚ। ਇਹ ਪਰਮੇਸ਼ਰ ਪਾਪਾਂ ਨਾਲ ਭਰੇ ਹੋਏ, ਜਿਹੜੇ ਪਾਪਾਂ ਦੀ ਮੈਲ ਨਾਲ ਭਰੇ ਹੋਏ ਜਿਹੜੇ ਜੀਵ ਹੈ, ਉਹ ਸਾਡੇ ਵਿੱਚ ਆ ਕੇ ਪੈ ਜਾਂਦੇ, ਇਸ਼ਨਾਨ ਕਰਨ ਬਹਿ ਜਾਂਦੇ ਹੈ। ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਅਤੇ ਜਿਹੜੀ ਸਾਡੀ ਮੈਲ ਹੈ ਉਹ ਜਦੋਂ ਸੰਤ ਆ ਕੇ ਇੱਥੇ ਚਰਨ ਪਾਉਂਦੇ ਹੈ, ਅਤੇ ਉਹ ਸੰਤ ਸਾਡੀ ਜਿਹੜੀ ਧੂੜੀ ਹੈ, ਮੈਲ ਜਿਹੜੀ ਗਵਾ ਦਿੰਦੇ। ਜਿਹੜੀ ਸਾਡੇ ਅੰਦਰ ਮੈਲ ਹੁੰਦੀ ਕਾਲਖ ਪਾਪਾਂ ਦੀ ਆ ਕੇ ਮਿਲ ਜਾਂਦੀ ਹੈ। ਤੀਰਥ 68 ਮੱਜਨ ਨਾਈ, ਜਿਹੜੇ 68 ਤੀਰਥ ਹੈ ਉਹ ਸੰਤਾਂ ਦੀ ਚਰਨਾਂ ਦੀ ਧੂੜੀ ਵਿੱਚ ਹੀ ਵਸਦੇ ਹੈ। ਜੋ ਸੰਤ ਨਾਈ ਕਹੀਏ ਪਰਮੇਸ਼ਰ ਦਾ ਨਾਮ ਜਪਦੇ ਹੈ, ਜੋ ਪੁਰਸ਼ ਨਾਮ ਜਪਦਾ ਉਹਨੂੰ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ। 68 ਤੀਰਥ ਜਹ ਸਾਧ ਭਗਤ ਰਹਿ, ਜਿੱਥੇ ਸਾਧੂ ਚਰਨ ਪਾ ਦੇਣ ਉੱਥੇ 68 ਤੀਰਥ ਜਿਹੜੇ ਸਾਧ ਸੰਗਤ ਜੀ ਆ ਕੇ ਵਸ ਜਾਂਦੇ ਹੈ। ਤਹ ਬੈਕੁੰਠ ਜਹ ਨਾਮ ਉਚਰ ਹੈ, ਉੱਥੇ ਹੀ ਬੈਕੁੰਠ ਸੱਚਖੰਡ ਹੈ ਜਿੱਥੇ ਪਰਮੇਸ਼ਰ ਦੇ ਪਿਆਰੇ ਨਾਮ ਜਪਦੇ ਹੈ। ਐਸੀ ਸੰਤਾਂ ਦੇ ਚਰਨਾਂ ਦੀ ਧੂੜ ਹੈ। ਉਹਦੇ ਕਰੋੜਾਂ ਜਿਹੜੇ ਤੀਰਥ ਹੈ ਉਹ ਵੀ ਸੰਤਾਂ ਦੇ ਜਿਹੜਾ ਹੈ ਚਰਨਾਂ ਵਿੱਚ ਹੀ ਆ ਕੇ ਵਸਦੇ। ਜਨ ਕੇ ਚਰਨ ਤੀਰਥ ਕੋਟ ਗੰਗਾ, ਕਰੋੜਾਂ ਜਿਹੜੀਆਂ ਗੰਗਾ ਦੇ ਤੀਰਥ ਹੈ ਨਾ ਉਹ ਜਨਾਂ ਦੇ ਚਰਨਾਂ ਵਿੱਚ ਹੀ ਆ ਕੇ ਵਸਦੇ। ਐਸੇ ਸੰਤਾਂ ਦੀ ਮਹਾਨ ਚਰਨ ਧੂੜੀ ਹੈ। ਜੇ ਮਿਲ ਜਾਵੇ, ਪ੍ਰਾਪਤ ਹੋ ਜਾਏ ਤਾਂ ਉਹ ਸੰਤਾਂ ਦੀ ਮਹਿਮਾ ਕਰਦੇ ਹੋਏ, ਧੂੜੀ ਦਾ ਮਹਾਤਮ ਦੱਸਦੇ ਹੋਏ ਗੁਰੂ ਸਾਹਿਬ ਜੀ ਨੇ ਕਿਹਾ ਹੈ ਵੀ ਸਤ ਸੰਗਤ ਕੀ ਧੂਰ ਪਰੀ ਉਡ ਨੇਤਰੀ। ਜਦੋਂ ਸਤ ਸੰਗੀਆਂ ਦੀ, ਮਹਾਂਪੁਰਸ਼ਾਂ ਦੀ ਧੂੜ ਆ ਹਵਾ ਨਾਲ ਉੱਡ ਕੇ ਨੇਤਰਾਂ ਵਿੱਚ ਪੈ ਜਾਂਦੀ ਹੈ, ਸਭ ਦੁਰਮਤ ਮੈਲ ਗਵਾਈ। ਸਾਰੀ ਜਿਹੜੀ ਖੋਟੀ ਬੁੱਧੀ ਅਕਲ ਹੈ ਨਾ, ਮੱਤ, ਉਹ ਗਵਾਚ ਜਾਂਦੀ, ਚਲੀ ਜਾਂਦੀ ਹੈ। ਸ੍ਰੇਸ਼ਟ ਮੱਤ, ਗੁਰੂ ਦੀ ਮੱਤ ਆ ਜਾਂਦੀ ਹੈ। ਐਸੇ ਸੰਤਾਂ ਦੀ ਚਰਨਾਂ ਦੀ ਧੂੜੀ ਹੈ, ਜਿਸ ਕਰਕੇ ਕਈ ਜਿਹੜੇ ਸਿਆਣੇ ਹੈ, ਜਦੋਂ ਕਿਤੇ ਸੰਤ ਮੰਤ ਲੰਘਣ ਤੇ ਉਹ ਪਿੱਛੋਂ ਧੂੜੀ ਜਿਹੜੀ ਚੁੱਕ ਕੇ ਉਹ ਲਾਉਂਦੇ ਆਪਣੇ ਮੱਥਿਆਂ ਉੱਪਰ, ਜਿਹੜੇ ਕੋਈ ਸਿਆਣੇ ਆ। ਬਾਕੀ ਤੇ ਕਹਿ ਦਿੰਦੇ ਕਿ ਵੀ ਇਹ ਤੇ ਪਖੰਡ ਹੈ ਜੀ,
ਗੁਰੂ ਨੂੰ ਮੱਥਾ ਟੇਕਣਾ ਚਾਹੀਦਾ, ਇਹੋ ਜਿਹੇ ਪਖੰਡ ਨਹੀਂ ਕਰਨੇ ਚਾਹੀਦੇ। ਪਰ ਸੰਤਾਂ ਦੀ ਜਿਹੜੀ ਧੂੜੀ ਉਹ ਵੀ ਬਹਾਨ ਹੈ, ਗੁਰਬਾਣੀ ਵਿੱਚ ਆਪ ਵਚਨ ਆ ਰਹੇ ਸਤਿਗੁਰੂ ਜੀ ਦੇ ਆਪਣੇ। ਸਤਿਗੁਰੂ ਜੀ ਵੀ ਇੱਥੇ ਧੂੜੀ ਦੀ ਮਹਿਮਾ ਜਣਾਉਂਦੇ ਹੋਏ ਕਹਿ ਰਹੇ ਵੀ ਗੰਗਾ ਜਿਹੜੇ ਪਰਮੇਸ਼ਰ ਦੇ ਪਿਆਰੇ ਹੈ, ਜੇ ਤੂੰ ਉਹਦਾ ਧਿਆਨ ਧਰੇਂਗੀ, ਉਹ ਇੱਥੇ ਆ ਕੇ ਇਸ਼ਨਾਨ ਕਰਨਗੇ, ਜਦੋਂ ਚਰਨ ਪਾਉਣਗੇ ਤੇਰੇ ਬੜੀ ਛੇਤੀ ਪਾਪ ਨਾਸ ਹੋ ਜਾਣਗੇ। ਜਿਉ ਆਵਤ ਕਾਤਿਕ ਕੋ ਮਾਸਾ, ਜਿਸ ਤਰ੍ਹਾਂ ਮੱਸਿਆ ਦਾ, ਜਿਸ ਤਰ੍ਹਾਂ ਕੱਤਿਆ ਦਾ ਮਹੀਨਾ ਆਉਂਦਾ ਹੈ, ਬਿਮਲ ਸੁਧ ਹੋਇਆ ਜਾਤ ਆਕਾਸ਼ਾ, ਤੇ ਸਾਰਾ ਆਕਾਸ਼ ਕੱਤਕ ਦੇ ਮਹੀਨੇ ਵਿੱਚ ਉਜਲ ਨਿਰਮਲ ਹੋ ਜਾਂਦਾ, ਸਾਫ਼ ਹੋ ਜਾਂਦਾ। ਕਿਉਂਕਿ ਆ ਜੇਠ ਹਾੜ ਦੇ ਮਹੀਨੇ ਵਿੱਚ ਹਨੇਰੀਆਂ ਆਉਂਦੀਆਂ, ਝੱਖੜ ਆਉਂਦੇ, ਮਿੱਟੀ ਘੱਟਾ ਬੜਾ ਆਉਂਦਾ, ਚੜ੍ਹ ਜਾਂਦਾ ਆਕਾਸ਼ ਨੂੰ, ਜਿਸ ਕਰਕੇ ਆਕਾਸ਼ ਮੈਲਾ ਹੋ ਜਾਂਦਾ। ਫਿਰ ਸਾਉਣ ਭਾਦੋਂ ਵਿੱਚ ਬਾਰਿਸ਼ਾਂ ਆਉਂਦੀਆਂ, ਮੀਂਹ ਪੈਂਦਾ ਰਹਿੰਦਾ ਹੈ, ਅਤੇ ਅੱਸੂ ਆ ਜਾਂਦਾ ਭਾਦਰੋਂ ਤੋਂ ਬਾਅਦ। ਅੱਸੂ ਕੱਤੇ ਵਿੱਚ ਆਕਾਸ਼ ਜਿਹੜਾ ਨਿਰਮਲ ਹੋ ਜਾਂਦਾ, ਇੱਕ ਇੱਕ ਤਾਰਾ ਦਿਸਦਾ, ਧੁੱਪ ਵੀ ਜਿਹੜੀ ਸਾਫ਼ ਹੋ ਜਾਂਦੀ ਬਿਲਕੁਲ। ਹੁਣ ਤਾਂ ਜਿਵੇਂ ਵੇਖੋ ਘੇਰ ਜਿਹੀ ਝੜੀ ਹੁੰਦੀ ਹੈ, ਹੁਣ ਕਦੇ ਵੇਖੋ ਧਿਆਨ ਨਾਲ ਹਰ ਪਾਸੇ ਆਕਾਸ਼ ਵੀ ਨੀਲਾ ਨਹੀਂ ਦਿਸਦਾ, ਅਤੇ ਮਿੱਟੀ ਘੱਟਾ ਚੜ੍ਹਿਆ ਰਹਿੰਦਾ ਹੈ। ਜਿਸ ਕਰਕੇ ਮਹਾਰਾਜ ਜੀ ਪ੍ਰਮਾਣ ਦੇ ਰਹੇ ਆ ਵੀ ਗੰਗਾ ਜਿਵੇਂ ਕੱਤਕ ਦਾ ਮਹੀਨਾ ਆਉਂਦਾ ਹੈ ਅਤੇ ਉਸ ਵੇਲੇ ਆਕਾਸ਼ ਹੈ ਨਿਰਮਲ ਉਜਲ ਹੋ ਜਾਂਦਾ, ਸਾਫ਼ ਹੋ ਜਾਂਦਾ ਹੈ। ਤਿਉ ਨਿਰਮਲ ਹੋਵੈ ਤਦ ਕਾਲਾ, ਤਿਵੇਂ ਤੂੰ ਨਿਰਮਲ ਹੋ ਜਾਏਂਗੀ ਬਹੁਤ ਛੇਤੀ। ਸੰਤਨ ਲੱਛਣ ਸੁਨਹੁ ਰਸਾਲਾ, ਜੇ ਤੂੰ ਕਹੇ ਵੀ ਮਹਾਰਾਜ ਸੰਤ ਕੈਸੇ ਹੈ, ਉਹ ਕਿਹੜੇ ਸੰਤਾਂ ਦੀ ਤੁਸੀਂ ਗੱਲ ਕਰਦੇ ਹੋ, ਅਤੇ ਗੁਰੂ ਸਾਹਿਬ ਜੀ ਕਹਿੰਦੇ ਉਹ ਸੰਤਾਂ ਦੇ ਲੱਛਣ ਵੀ ਅਸੀਂ ਤੁਹਾਨੂੰ ਦੱਸਦੇ ਹਾਂ, ਉਹ ਵੀ ਤੁਸੀਂ ਸੁਣੋ। ਸੰਤਾਂ ਦੇ ਲੱਛਣ ਸੋਹਣੇ। ਸੁਗਤਾ ਰਜਤ ਜਗਤ ਕੋ ਜਾਣਤ, ਜਿਹੜੀ ਸੁਗਤਾ ਜਿਹੜੀ ਹੈ ਨਾ ਸਿੱਪੀ, ਜਿਵੇਂ ਸਿੱਪੀ ਦੇ ਵਿੱਚ ਰਜਤ ਕਹੀਏ ਚਾਂਦੀ ਦਾ ਭੁਲੇਖਾ ਪੈਂਦਾ ਹੈ, ਉਹ ਚਮਕਦੀ ਹੈ ਰੇਤਾ ਵਿੱਚ ਪਈ ਹੋਈ, ਉਹ ਐਵੇਂ ਲੱਗਦਾ ਜਿਵੇਂ ਚਾਂਦੀ ਪਈ ਹੁੰਦੀ ਹੈ, ਹੁੰਦੀ ਉਹ ਸਿੱਪੀ ਹੈ। ਇਸੇ ਤਰ੍ਹਾਂ ਉਹ ਸੰਤ ਜਿਹੜੇ ਹੈ ਉਹ ਸਿੱਪੀ ਦੇ ਵਿੱਚ ਚਾਂਦੀ ਦੇ ਭੁਲੇਖੇ ਵਾਂਗ ਇਹ ਸੰਸਾਰ ਨੂੰ ਸਮਝਦੇ ਆ ਵੀ ਇਹ ਭੁਲੇਖਾ ਹੀ ਹੈ, ਸੰਸਾਰ ਉਂਝ ਹੈ ਨਹੀਂ ਹੈ। ਹਰਖ ਸੋਕ ਮਹਿ ਰਹਿਤ ਸਮਾਨਤ, ਖੁਸ਼ੀ ਵਿੱਚ ਕੋਈ ਆ ਕੇ ਪੂਜਾ ਕਰੇ, ਕੋਈ ਉਹਨਾਂ ਨੂੰ ਸਿਰ ਝੁਕਾਵੇ, ਪਦਾਰਥ ਦੇਵੇ, ਉਹ ਖੁਸ਼ ਨਹੀਂ ਹੁੰਦੇ। ਜੇ ਕੋਈ ਚਲਿਆ ਜਾਵੇ ਉਹ ਔਖੇ ਨਹੀਂ ਹੁੰਦੇ, ਐਵੇਂ ਉਹ ਡਾਵਾਂ ਡੋਲ ਨਹੀਂ ਹੁੰਦੇ, ਡਿਗ ਡੋਲੇ ਨਹੀਂ ਖਾਂਦੇ ਫਿਰਦੇ, ਗਮ ਨਹੀਂ ਕਰਦੇ। ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ, ਉਹ ਖੁਸ਼ੀ ਗਮੀ ਵਿੱਚ ਇੱਕ ਸਮਾਨ ਹੀ ਰਹਿੰਦੇ ਹੈ। ਮ੍ਰਿਦਲ ਹਿਰਦਾ ਨਿਤ ਪਰਉਪਕਾਰੀ, ਉਹਨਾਂ ਦਾ ਹਿਰਦਾ ਹੈ ਕੋਮਲ ਹੈ, ਹਮੇਸ਼ਾ ਹੀ ਪਰਉਪਕਾਰੀ ਹੁੰਦੇ ਹੈ। ਆਪਣੇ ਤੋਂ ਪਹਿਲਾਂ ਦੂਸਰੇ ਦਾ ਭਲਾ ਕਰਦੇ ਆ, ਦੂਸਰਿਆਂ ਲਈ ਉਹ ਮਰਦੇ ਹੈ। ਵਿਖੈ ਬਾਸ਼ਨਾ ਔਰ ਤੇ ਜਾਰੀ, ਵਿਸ਼ਿਆਂ ਦੀ ਜਿਹੜੀ ਵਾਸ਼ਨਾ ਹੈ ਉਹਨਾਂ ਨੇ ਆਪਣੇ ਹਿਰਦੇ ਵਿੱਚੋਂ ਸਾੜੀ ਹੋਈ ਹੈ, ਦਗਦ ਕੀਤੀ ਹੋਈ ਹੈ। ਪਰ ਦੁਖ ਦੇਖਾ ਦੁਖੀ ਹੋਇ ਜਾਹੀ, ਉਹ ਐਸੇ ਹੁੰਦੇ ਆ ਸੰਤ। ਗੰਗਾ ਸੁਣ ਵੀ ਪਰਾਏ ਦਾ ਦੁੱਖ ਵੇਖ ਕੇ ਉਹ ਸੰਤ ਵੀ ਦੁਖੀ ਹੋ ਜਾਂਦੇ ਆ। ਜਿਵੇਂ ਸੰਤਾਂ ਨੂੰ ਦੁੱਖ ਪਾਏ ਤੇ ਦੁਖੀ, ਉਹ ਪਰਮੇਸ਼ਰ ਵੀ ਐਸਾ ਹੀ ਹੈ ਵੀ ਜੇ ਸੰਤ ਦੁਖੀ ਹੋ ਜਾਣ ਤੇ ਉਹ ਵੀ ਦੁਖੀ ਹੋ ਜਾਂਦਾ ਹੈ। ਸੁਖ ਪਾਏ ਸਾਧਨ ਕੇ ਸੁਖੀ, ਜੇ ਸੁਖ ਪਾਉਂਦੇ ਸਾਧੂ ਸੰਤ ਤੇ ਉਹ ਸੰਤਾਂ ਦੇ ਸੁਖ ਪਾਉਣ ਤੇ ਸੁਖੀ, ਉਹ ਵੀ ਸੁਖੀ ਹੋ ਜਾਂਦਾ ਪਰਮੇਸ਼ਰ ਹੈ। ਤੇ ਜਿਹੜੇ ਸੰਤ ਹੈ ਤੇ ਵਾਹਿਗੁਰੂ ਇੱਕ ਹੀ ਹੈ, ਸੋਈ ਸੰਤ ਜੈ ਭਾਵ ਹੈ ਰਾਮ, ਸੰਤ ਗੋਬਿੰਦ ਕੈ ਏਕੈ ਕਾਮ। ਕਿ ਸੰਤ ਉਹ ਜਿਹੜਾ ਪਰਮੇਸ਼ਰ ਨੂੰ ਭਾਜੇ, ਤੇ ਸੰਤ ਤੇ ਪਰਮੇਸ਼ਰ ਦਾ ਇੱਕੋ ਹੀ ਕੰਮ ਹੈ। ਕਬੀਰ ਜਿਵੇਂ ਭਗਤ ਕਬੀਰ ਜੀ ਕਹਿੰਦੇ ਵੀ ਸੰਤ ਜਿਹੜੇ ਆ ਉਹ ਨਾਮ ਜਪਾਉਂਦੇ ਹੈ, ਪਰਮੇਸ਼ਰ ਮੁਕਤੀ ਦਿੰਦਾ ਹੈ। ਸੰਤ ਪਰਮੇਸ਼ਰ ਦੇ ਇੱਕੋ ਕੰਮ ਹੀ ਹੈ।
ਜਿਸ ਕਰਕੇ ਸੰਤਾਂ ਦਾ ਵੀ ਇਹ ਸੁਭਾਅ ਪਰਾਏ ਨੂੰ ਦੁਖੀ ਵੇਖ ਕੇ ਦੁਖੀ ਹੋ ਜਾਂਦੇ ਐ। ਪਰ ਸੁਖ ਲਖ ਹਰਖੈ ਮਨ ਮਾਹੀ। ਪਰਾਏ ਦਾ ਸੁਖ ਜਾਣ ਕੇ ਵੀ ਬੜਾ ਸੁਖੀ ਹੈ, ਮਨ ਵਿੱਚ ਬਹੁਤ ਖੁਸ਼ ਹੁੰਦੇ ਵੀ ਪਰਮੇਸ਼ਰ ਬਹੁਤ ਸੁਖ ਦੇ ਰਿਹਾ ਇਹਨਾਂ ਨੂੰ। ਹਰ ਸਿਮਰਨ ਕੇ ਰੰਗੇ ਰੰਗਾ। ਵਾਹਿਗੁਰੂ ਦੇ ਸਿਮਰਨ ਦੇ ਵਿੱਚ ਰੰਗਾ ਕਹੀਏ ਉਹ ਪ੍ਰੇਮ ਵਿੱਚ ਰੰਗੇ ਐ। ਦ੍ਰੋਹ ਨਾ ਮੋਹ ਨਾ ਮਾਨ ਉਤੰਗਾ। ਉੱਚੇ ਹੋਣ ਦਾ ਵੀ ਅਸੀਂ ਬੜੇ ਉੱਚੇ ਆ, ਬੜੀ ਵਡਿਆਈ ਵਾਲੇ, ਇਹ ਨਹੀਂ ਉਹ ਮਾਣ ਕਰਦੇ। ਨਾ ਕੋਈ ਹੰਕਾਰ ਹੈ, ਨਾ ਕਿਸੇ ਨਾਲ ਵੈਰ ਹੈ, ਤੇ ਨਾ ਕਿਸੇ ਨਾਲ ਮੋਹ ਹੀ ਹੈ ਵੀ ਆ ਜਾ ਬਹਿ ਜਾ ਸਾਡੇ ਕੋਲ ਬਹਿ ਜਾ, ਆ ਵੈਰੀ ਇੱਥੋਂ ਚਲਿਆ ਜਾ। ਉਹ ਹਰ ਇੱਕ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਮਾਨ ਅਪਮਾਨ ਖੁਸ਼ੀ ਗਮੀ ਵਿੱਚ ਇੱਕ ਸਮਾਨ ਹੀ ਰਹਿੰਦੇ ਆ ਉਹ ਸੰਤ। ਤਿਨ ਕੇ ਚਰਨਾ ਸੰਗ ਅਗ ਤੇਰੇ। ਉਹਨਾਂ ਸੰਤਾਂ ਦੇ ਚਰਨਾਂ ਨਾਲ ਜਿੰਨੇ ਵੀ ਤੇਰੇ ਪਾਪ ਹੈ ਉਹੇ ਨਸ਼ਟ ਨਹ ਲਾਗਹਿ ਦੇਰੇ। ਉਹ ਉਸੇ ਵੇਲੇ ਨਸ਼ਟ ਹੋ ਜਾਣਗੇ, ਕੋਈ ਦੇਰੀ ਨਹੀਂ ਲੱਗੇਗੀ। ਸ੍ਰੀ ਗੰਗਾ ਜੀ ਸੁਣ ਕੇ ਗਾਥਾ। ਉਸ ਵੇਲੇ ਗੰਗਾ ਮਾਈ ਸੁਣ ਕੇ ਸਤਿਗੁਰੂ ਜੀ ਪਾਸੋਂ ਕਥਾ ਗਾਥਾ। ਪਰਸੇ ਹਾਥ ਪੈਰ ਜਗਨਾਥਾ। ਜਗਤ ਦੇ ਮਾਲਕ ਸਤਿਗੁਰੂ ਜੀ ਦੇ ਚਰਨ ਆਪਣੇ ਹੱਥਾਂ ਨਾਲ ਪਰਸੇ ਹੈ ਗੰਗਾ ਨੇ। ਦੋਹਰਾ ਪਰਸਤ ਹੀ ਨਿਰਮਲ ਭਈ। ਜਦੋਂ ਹੀ ਗੰਗਾ ਮਾਈ ਨੇ ਗੁਰੂ ਸਾਹਿਬ ਜੀ ਦੇ ਚਰਨ ਪਰਸੇ ਹੈ, ਪਰਸਦਿਆਂ ਛੋਂਦਿਆਂ ਹੀ ਬੜੀ ਨਿਰਮਲ ਹੋ ਗਈ, ਉਜਲ ਹੋ ਗਈ। ਜਿਉ ਪਟ ਸਾਬਨ ਸਾਥ। ਜਿਵੇਂ ਕੋਈ ਕੱਪੜਾ ਬੜਾ ਮੈਲਾ ਕਚੈਲਾ ਹੋਇਆ ਹੋਵੇ, ਮਿੱਟੀ ਘੱਟੇ ਨਾਲ ਭਰਿਆ ਹੋਵੇ, ਸਾਬਣ ਨਾਲ ਧੋਂਦੇ ਹੀ ਉਹ ਸਾਫ਼ ਹੋ ਜਾਂਦਾ ਹੈ। ਐਵੇਂ ਜਦੋਂ ਇਹ ਜੋ ਮੈਲਾ ਜੀਵਾਂ ਦੇ ਇਸ਼ਨਾਨ ਕਰਨੇ ਕਰਕੇ ਪਾਪਾਂ ਨਾਲ ਭਰੀ ਹੋਈ ਸੀ, ਇਹ ਗੰਗਾ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਪਰਸਣਾ ਕੀਤਾ, ਛੋਹਣਾ ਕੀਤਾ, ਉਸੇ ਵੇਲੇ ਨਿਰਮਲ ਹੋ ਗਈ ਹੈ, ਉਜਲ। ਕਹਿਤ ਪਾਇ ਨ ਲੀਜੀਏ। ਫਿਰ ਕਹਿਣ ਲੱਗੀ ਗੰਗਾ ਮਾਈ, ਹੈ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ, ਜੋ ਮੈਂ ਭੇਟਾਂ ਲਿਆਈਆਂ ਥਾਲ ਵਿੱਚ ਉਹ ਆਪ ਲੈਣਾ ਕਰੀਏ ਜੀ। ਤੁਮ ਹੋ ਦੀਨਾਨਾਥ। ਤੁਸੀਂ ਤੇ ਗਰੀਬਾਂ ਦੇ ਮਾਲਕ ਹੋ, ਦੀਨਾਂ ਦੇ ਨਾਥ ਹੋ ਜੀ। ਚੌਪਈ ਸੁਨ ਕਰ ਸ੍ਰੀ ਗੁਰ ਬੈਨ ਉਚਾਰੇ। ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਹੇ, ਇਹ ਧਨ ਨਹਿ ਕਿਛ ਕਾਜ ਹਮਾਰੇ। ਐ ਵੀ ਗੰਗਾ, ਇਹ ਜੋ ਤੂੰ ਥਾਲ ਵਿੱਚ ਹੀਰੇ ਮੋਤੀ ਲੈ ਕੇ ਆਈ ਹੈ, ਇਹ ਧਨ ਸਾਡੇ ਕਿਸੇ ਕੰਮ ਨਹੀਂ ਹੈ। ਸਭ ਸਰਬ ਵਾਸਤਕ ਕਰਹੁ ਭੰਡਾਰਾ। ਸਗੋਂ ਅਸੀਂ ਇਹ ਕਹਿੰਦੇ ਆ ਵੀ ਜਿਹੜਾ ਸਾਨੂੰ ਦੇਣਾ ਹੈ, ਜੇ ਤੂੰ ਸਾਡਾ ਭਜਨ ਮੰਨੇ ਤੇ ਸਾਰਾ ਜਿਹੜਾ ਇਹ ਥਾਲ ਲੈ ਕੇ ਹੀਰੇ ਮੋਤੀਆਂ ਦਾ, ਇਹਦੇ ਨਾਲ ਤੂੰ ਬਹੁਤ ਤਕੜਾ ਜਿਹੜਾ ਹੈ ਭੰਡਾਰਾ ਕਰ। ਹਿਤ ਪਰਮੇਸ਼ਰ ਦਿਓ ਆਹਾਰਾ। ਪਰਮੇਸ਼ਰ ਦੇ ਵਾਸਤੇ, ਪਰਮੇਸ਼ਰ ਦੇ ਨਿਤ ਤੂੰ ਇੱਥੇ ਸਭ ਨੂੰ ਭੰਡਾਰਾ ਕਰਕੇ ਭੋਜਨ ਛਕਾ ਦੇ, ਭੋਜਨ ਕਰ। ਗੰਗ ਕਹਿ ਧਰ ਕਿਰਪਾ ਗੁਸਾਈ। ਸੁਣ ਕੇ ਗੰਗਾ ਮਾਈ ਕਹਿਣ ਲੱਗੀ ਹੈ, ਇਹ ਸੰਸਾਰ ਦੇ ਮਾਲਕ ਆਪ ਕਿਰਪਾ ਧਾਰ ਕੇ ਤੁਮ ਭੀ ਅਸਨਾ ਅਚਹੋ ਤਹ ਆਈ। ਠੀਕ ਮਹਾਰਾਜ, ਤੁਹਾਡਾ ਬਚਨ ਮੰਨ ਕੇ ਮੈਂ ਗੰਗਾ ਤਕੜਾ ਪਰਮੇਸ਼ਰ ਦੇ ਨਾਮ ਤੇ ਭੰਡਾਰਾ ਕਰਦੀ ਹਾਂ, ਤੇ ਆਪ ਜੀ ਜਿਹੜਾ ਹੈ ਭੋਜਨ ਛਕਣ ਵਾਸਤੇ ਜ਼ਰੂਰ ਆਉਣਾ ਜੀ। ਇਸ ਪ੍ਰਕਾਰ ਕਹਿ ਬਹੁਰ ਪਧਾਰੀ। ਇਸ ਤਰ੍ਹਾਂ ਕਹਿ ਕਰਕੇ ਫਿਰ ਜੋ ਇਹ ਗੰਗਾ ਮਾਈ ਇਸਤਰੀ ਸੀ, ਜਿਸ ਨੇ ਤਪ ਕੀਤਾ ਸੀ ਇੱਥੇ ਕਿਨਾਰੇ ਤੇ ਉਹ ਗੰਗਾ ਨਾਮ ਪਿਆ ਹੋਇਆ ਸੀ, ਉਹ ਭਗਤੀ ਕਰਕੇ ਅਮਰ ਅਬਨਾਸੀ ਹੋਈ ਪਈ ਸੀ, ਤੇ ਗੰਗਾ ਵਿੱਚ ਹੀ ਦਾ ਵਾਸਾ ਸੀ ਉਹ ਜਲ ਵਿੱਚ। ਫਿਰ ਜਿਹੜਾ ਹੈ ਸੂਖਮ ਜਿਹੜਾ ਸਰੀਰ ਧਾਰਿਆ ਹੋਇਆ ਸੀ,
ਮਹਾਰਾਜ ਜੀ ਦੇ ਨਾਲ ਬਚਨ ਬਿਲਾਸ ਕਰਕੇ ਮੱਥਾ ਟੇਕ ਕੇ ਫਿਰ ਚਲੀ ਗਈ ਹੈ। ਭਈ ਭੋਰ ਉਦਤਿਓ ਤਿਮਰਾਰੀ। ਸਵੇਰ ਹੋਈ ਆ, ਰਾਤ ਦਾ ਵੈਰੀ ਸੂਰਜ ਚੜਿਆ ਪ੍ਰਗਟ ਹੋਇਆ ਹੈ। ਤਬ ਹੀ ਸੁਰ ਸਰ ਕੀਨ ਭੰਡਾਰਾ। ਉਸੇ ਵੇਲੇ ਦਿਨ ਚੜ੍ਹਦੇ ਗੰਗਾ ਨੇ ਬਹੁਤ ਤਗੜਾ ਭੰਡਾਰਾ ਕੀਤਾ। ਨਾਨਾ ਬਿਦ ਕੇ ਬਨੇ ਆਹਾਰਾ। ਜਿਸ ਭੰਡਾਰੇ ਵਿੱਚ ਬਹੁਤ ਤਰ੍ਹਾਂ ਨਾਨਾ ਤਰ੍ਹਾਂ ਦੇ ਭੋਜਨ ਬਣੇ ਹੋਏ ਐ। ਸਰਬ ਸੁਰਨਾ ਕੋ ਕੀਨ ਅਵਾਹਨਾ। ਸਾਰੇ ਜਿੰਨੇ 33 ਕਰੋੜ ਦੇਵਤੇ ਐ, ਸਭ ਨੂੰ ਸੱਦਿਆ ਹੈ ਇਸ ਗੰਗਾ ਮਾਈ ਨੇ। ਤਿਹ ਸ਼ਨ ਆਏ ਜਹ ਜਲ ਪਾਵਨਾ। ਉਸ ਸਮੇਂ ਸਾਰੇ ਦੇਵਤੇ 33 ਕਰੋੜ ਆਏ ਹੈ ਉਸ ਥਾਂ ਤੇ ਜਿੱਥੇ ਭੰਡਾਰਾ ਨਿਯਤ ਕੀਤਾ ਹੋਇਆ ਸੀ, ਜਿੱਥੇ ਬਹੁਤ ਜਲ ਪਵਿੱਤਰ ਹੈ। ਨਾਰਦ ਸ਼੍ਰੀ ਬ੍ਰਹਮਾ ਸੰਗ ਆਵਾ। ਜੋ ਸ਼੍ਰੀ ਬ੍ਰਹਮਾ ਜੀ ਹੈ, ਬ੍ਰਹਮਾ ਨਾਲ ਨਾਰਦ ਮੁਨੀ ਜੀ ਵੀ ਆਏ ਹੈ। ਗੌਰੀ ਸੋ ਸ੍ਰੀ ਸੰਭ ਸੁਹਾਵਾ। ਜੋ ਸ਼ੰਭੂ ਸ਼ਿਵ ਜੀ ਹੈ, ਸ਼ਿਵ ਜੀ ਗੌਰੀ ਪਾਰਵਤੀ ਨਾਲ ਆਏ ਹੈ ਸੋਭਨੀਕ। ਸਾਸ ਸਵਿਤਾ ਸਨਕਾਦਿਕ ਪਾਵਕ। ਚੰਦਰਮਾ ਵੀ ਇਸੇ ਤਰ੍ਹਾਂ ਸਵਤਾ ਕਹੀਏ ਸੂਰਜ। ਬ੍ਰਹਮਾ ਦੇ 4 ਸੁਪੁੱਤਰ ਜਿਹੜੇ ਹੈ, ਸਨਕ ਸਨੰਦਨ ਸਨਾਤਨ ਸੰਦ ਕੁਮਾਰ ਤੇ ਅਗਨੀ ਦੇਵਤਾ। ਵਰੁਣ ਕੁਬੇਰ ਸਮੀਰ ਵਿਨਾਇਕ। ਵਰੁਣ ਦੇਵਤਾ ਜਸ਼ਾਂ ਦਾ ਜੋ ਦੇਵਤਾ ਹੈ, ਮਾਲਕ ਹੈ। ਕੁਬੇਰ ਵਰੁਣ ਜਿਹੜਾ ਹੈ ਜਲ ਦੇਵਤਾ, ਤੇ ਕੁਬੇਰ ਇਸੇ ਤਰ੍ਹਾਂ ਸਮੀਰ ਜਿਹੜਾ ਪੌਣ ਦੇਵਤਾ ਹੈ, ਤੇ ਗਣੇਸ਼। ਇੰਦਰ ਆਦ ਜੋ ਹੈ ਸੁਰ ਸਾਰੇ। ਇੰਦਰ ਦੇਵਤੇ ਤੋਂ ਆਦ ਲੈ ਕੇ ਜਿੰਨੇ ਹੀ ਸਾਰੇ 33 ਕਰੋੜ ਦੇਵਤੇ ਹੈ, ਸਭ ਆਏ ਸੁਰ ਨਦੀ ਹਕਾਰੇ। ਸਾਰੇ ਜਿਹੜੇ ਹੈ ਆਏ ਹੈ ਜਿਵੇਂ ਗੰਗਾ ਨੇ ਸੱਦੇ ਹੋਏ ਸੀ। ਰੇਖ ਮੁਨੀ ਜਤੀ ਸਤੀ ਸੰਨਿਆਸੀ। ਵੱਡੇ ਵੱਡੇ ਰੇਖੀ ਤੇ ਮੁਨੀ, ਜਤੀ ਬਾਲ ਬ੍ਰਹਮਚਾਰੀ, ਸਤਪਰ ਤੱਗੀ, ਸਤੀ, ਸੰਨਿਆਸੀ, ਤਿਆਗੀ, ਸਾਧੂ। ਤਪੀ ਦਿਗੰਬਰ ਆਏ ਰਾਸੀ। ਤਪੀ ਵੀ ਬੜੇ ਬੜੇ ਤਪੀ, ਤਪੀਸ਼ਰ, ਦਿਗੰਬਰ, ਨਾਂਗੇ, ਸਾਧੂ, ਇਹ ਸਾਰੇ ਹੀ ਆਏ ਹੈ ਉੱਥੇ। ਸੁਰ ਸਭ ਦੁਤੀਯ ਰੂਪ ਕੋ ਧਾਰੇ। ਜਿੰਨੇ ਸਾਰੇ ਦੇਵਤੇ ਆਏ ਹੈ, ਸਾਰੇ ਦੂਸਰਾ ਰੂਪ ਧਾਰ ਕੇ ਪਹੁੰਚੇ ਆ, ਮਨੁੱਖ ਦਾ ਰੂਪ ਧਾਰ ਕੇ। ਸ੍ਰੀ ਨਾਨਕ ਪੁਨ ਤਹਾਂ ਪਧਾਰੇ। ਗੁਰੂ ਨਾਨਕ ਸਾਹਿਬ ਜੀ ਵੀ ਉੱਥੇ ਚਲੇ ਗਏ ਜਿੱਥੇ ਭੰਡਾਰਾ ਨਿਯਤ ਕੀਤਾ ਸੀ। ਮਿਲ ਕੈ ਸਰਬ ਕਰਹਿ ਪਦ ਬੰਦਨਾ। ਜਦੋਂ ਗੁਰੂ ਨਾਨਕ ਸਾਹਿਬ ਜੀ ਪਹੁੰਚੇ ਆ, ਜਿੰਨੇ ਦੇਵਤੇ ਆ ਮਿਲ ਜੁਲ ਕੇ ਇਕੱਠਿਆਂ ਹੋ ਕੇ ਸਾਰੇ ਮਹਾਰਾਜ ਜੀ ਦੇ ਚਰਨ ਕਮਲਾਂ ਉੱਪਰ ਨਮਸਕਾਰਾਂ ਕਰਦੇ ਐ। ਮਹਿਮਾ ਜਾਣਹਿ ਕਲਖ ਨਿਕੰਦਨਾ। ਮਹਾਰਾਜ ਜੀ ਦੀ ਮਹਿਮਾ ਜਾਣਦੇ ਸੀ ਵੀ ਇਹ ਕਲਯੁਗ ਦੇ ਸਮੇਂ ਵਿੱਚ ਪਰਮੇਸ਼ਰ ਆਪ ਆਏ ਹੈ, ਪਾਪਾਂ ਨੂੰ ਨਾਸ ਕਰਨ ਵਾਲੇ, ਦੂਰ ਕਰਨ ਵਾਲੇ ਹਨ। ਔਰ ਸੇਵਾ ਸੁਰ ਸਰਬ ਸਮਾਰੀ। ਹੋਰ ਜਿਹੜੀ ਸੇਵਾ ਸੀ ਉੱਥੇ ਭੰਡਾਰੇ ਵਿੱਚ ਸਾਰੀ ਦੇਵਤਿਆਂ ਨੇ ਸੰਭਾਲੀ ਹੈ। ਕਰਨੀ ਜੇ ਆਹਾਰ ਕੀ ਤਿਆਰੀ। ਭੋਜਨ ਦੀ ਜਿਹੜੀ ਤਿਆਰੀ ਕਰਨੀ ਸੀ ਭੰਡਾਰੇ ਵਿੱਚ, ਵੀ ਕਿਸੇ ਨੇ ਤਿਆਰ ਕਰਵਾਉਣਾ, ਕਿਸੇ ਨੇ ਜਿਹੜਾ ਵਰਤਾਉਣਾ ਭੰਡਾਰਾ, ਇਵੇਂ ਕਤਾਰਾਂ ਲਵਾਉਣੀਆਂ, ਉਹ ਸਾਰੀਆਂ ਜਿਵੇਂ ਜਿਵੇਂ ਕੋਈ ਤਿਆਰੀ ਕਰਨੀ ਸੀ ਭੋਜਨ ਦੀ, ਇਹ ਸਾਰੀ ਸੇਵਾ ਦੇਵਤਿਆਂ ਨੇ ਸੰਭਾਲ ਲਈ ਹੈ। ਸ੍ਰੀ ਨਾਨਕ ਕਰ ਮਹਿ ਜਲ ਧਾਰਨਾ। ਇੱਧਰ ਗੁਰੂ ਨਾਨਕ ਸਾਹਿਬ ਜੀ ਆਪਣੇ ਪਵਿੱਤਰ ਹਸਤਾਂ ਵਿੱਚ ਜਲ ਧਾਰ ਕਰਕੇ ਸਾਂਭੀ ਸੇਵਾ ਚਰਨ ਪਖਾਰਨਾ। ਵੀ ਜਿਹੜਾ ਵੀ ਭੰਡਾਰਾ ਛਕਣ ਬੈਠੇ ਤੇ ਉਹ ਆਪਣੇ ਚਰਨ ਧੋ ਕੇ ਜਾਏ। ਚਰਨ ਧੋਣ ਦੀ ਜਿਹੜੀ ਸੇਵਾ ਸਤਿਗੁਰੂ ਜੀ ਨੇ ਸਾਂਭੀ ਹੈ। ਇਹ ਸਤਿਗੁਰੂ ਜੀ ਦੀ ਨਿਮਰਤਾ ਹੈ ਮਹਾਨ। ਜਿਵੇਂ ਈਸਾ ਪੈਗੰਬਰ ਹੈ,
ਜਿਨ੍ਹਾਂ ਦਾ ਨਾਮ ਹੁਣ ਯਿਸੂ ਮਸੀਹ ਜੀ ਕਿਹਾ ਜਾਂਦਾ ਹੈ। ਇਹ ਸੇਵਾ ਉਹਨਾਂ ਨੇ ਵੀ ਕੀਤੀ ਸੀ ਨਿਮਰਤਾ ਵਿੱਚ ਆ ਕੇ ਚਰਨ ਧੋਣ ਦੀ। ਦੁਆਪਰ ਵਿੱਚ ਕ੍ਰਿਸ਼ਨ ਭਗਵਾਨ ਨੇ ਕੀਤੀ ਹੈ, ਜਦੋਂ ਸੁਦਾਮੇ ਦੇ ਚਰਨ ਧੋ ਕੇ ਆਪਣੇ ਆਸਣ 'ਤੇ ਬਿਠਾ ਕੇ ਤੇ ਉਹ ਆਪ ਚਰਨ ਧੋ ਕੇ ਸੁਦਾਮੇ ਭਗਤ ਜੀ ਨੇ ਉਹ ਜਲ ਆਪ ਵੀ ਛਕਿਆ ਹੈ, ਦਵਾਰਕਾ ਨਗਰੀ 'ਚ ਵੀ ਸਾਰੇ ਛਿੜਕਾਇਆ ਹੈ। ਇਹ ਨਿਮਰਤਾ ਹੁੰਦੀ ਹੈ ਪਰਮੇਸ਼ਰ ਦੇ ਅਵਤਾਰਾਂ ਵਿੱਚ, ਵੀ ਉਹ ਨਿਮਰਤਾ ਰੱਖਦੇ ਹੈ, ਨਾ ਕਿ ਉਹ ਕਿਸੇ ਦੇ ਅਧੀਨ ਨਹੀਂ ਹੈ, ਬਸ ਉਹਨਾਂ ਦੀ ਨਿਮਰਤਾ ਹੁੰਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਨਿਮਰਤਾ ਦੇ ਘਰ ਹੈ, ਉੱਥੇ ਸਾਰੀਆਂ ਨਿਮਰਤਾ ਖਤਮ ਹੋ ਜਾਂਦੀਆਂ ਜਿੱਥੇ ਗੁਰੂ ਸਾਹਿਬ ਜੀ ਨਿਮਰਤਾ ਦੀ ਗੱਲ ਆਉਂਦੀ ਹੈ। ਗੁਰੂ ਨਾਨਕ ਸਾਹਿਬ ਜੀ 'ਤੇ ਨਿਮਰਤਾ ਦੀ ਹੱਦ ਹਨ, ਜਿਸ ਕਰਕੇ ਵੀ ਜਿਨ੍ਹਾਂ ਭੰਡਾਰਾ ਛਕਣਾ ਚਰਨ ਧੋ ਕੇ ਜਾਣ। ਚਰਨ ਧੋਣ ਦੀ ਸੇਵਾ ਸਤਿਗੁਰੂ ਜੀ ਨੇ ਸਾਂਭੀ ਹੈ। ਇਸ ਪ੍ਰਕਾਰ ਸਭ ਅਚਿਹਾਰਾ, ਇਸ ਤਰ੍ਹਾਂ ਨਾਲ ਸਭ ਨੇ ਭੋਜਨ ਛਕਿਆ ਉੱਥੇ। ਔਰ ਹਰਖੇ ਗੁਰ ਦਰਸਨਹਾਰਾ, ਗੁਰੂ ਸਾਹਿਬ ਜੀ ਦਾ ਦਰਸ਼ਨ ਕਰ ਕਰਕੇ ਸਾਰੇ ਦੇਵਤੇ ਹਿਰਦਿਆਂ ਵਿੱਚ ਬਹੁਤ ਖੁਸ਼ ਹੋਏ। ਜਤੀ ਤਪੀ ਸੰਨਿਆਸੀ ਰਿਖੀ ਮੁਨੀ ਬੋਹਰ ਕਰ ਕਰ ਚਰਨ ਪ੍ਰਣਾਮੋ। ਫਿਰ ਭੋਜਨ ਛਕ ਕੇ ਤੇ ਸਤਿਗੁਰੂ ਜੀ ਦੇ ਚਰਨਾਂ ਪਰ ਨਮਸਕਾਰਾਂ ਕਰ ਕਰਕੇ ਗਮਨ ਕੀਓ ਸਭ ਆਪਣੇ ਧਾਮੋ। ਆਪੋ ਆਪਣੇ ਘਰਾਂ ਨੂੰ ਇਹਨਾਂ ਨੇ ਚੱਲਣਾ ਕੀਤਾ, ਜਿਹੜੇ ਜਿੱਥੋਂ ਵੀ ਆਏ ਹੋਏ ਸੀ। ਹੋਰ ਜਿਹੜੇ ਦੇਵਤੇ ਆ ਉਹ ਵੀ ਆਪੋ ਆਪਣੀ ਪੁਰੀਆਂ ਨੂੰ ਚਲੇ ਗਏ। ਪੁਨ ਸ੍ਰੀ ਗੰਗਾ ਬੰਦਨ ਕਰਕੇ, ਸਾਰਾ ਭੰਡਾਰਾ ਜਦੋਂ ਸਮਸ਼ਟੀ ਭੰਡਾਰਾ ਸੰਪੂਰਨ ਹੋ ਗਿਆ, ਸਮਾਪਤ ਹੋ ਗਿਆ, ਜਿਹੜੀ ਗੰਗਾ ਮਾਈ ਹੈ ਇਹ ਸਤਿਗੁਰੂ ਜੀ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਆਪਨ ਪਰਵਾਹ ਸਮਾਈ ਬਰਕੈ, ਆਪਣਾ ਜਿਹੜਾ ਜਲ ਦਾ ਪ੍ਰਵਾਹ ਸੀ ਉਹਦੇ ਵਿੱਚ ਹੀ ਸਮਾ ਗਈ ਆ ਵੜ ਕੇ। ਜੋ ਹਿਮ ਕੀ ਪੁਤਰੀ ਕਿਤ ਹੋਈ, ਜਿਵੇਂ ਕਹਿੰਦੇ ਆ ਬਰਫ਼ ਦੀ ਜਿਹੜੀ ਪੁਤਲੀ ਹੈ ਆ ਢੇਲੀ ਜੀ ਕਿਤੇ ਹੋਏ। ਲੱਗੇ ਤੇਜ ਜਲ ਹੋਵਤ ਸੋਏ, ਤੇ ਜਦੋਂ ਉਹਨੂੰ ਤੇਜ਼ ਗਰਮੀ ਲੱਗਦੀ ਹੈ, ਸੂਰਜ ਦੇ ਤਪਸ਼ ਲੱਗਦੀ ਹੈ, ਤੇ ਉਹ ਬਰਫ਼ ਦੀ ਜਿਹੜੀ ਢੇਲੀ ਪੁਤਲੀ ਹੈ ਉਹ ਜਾਲੀ ਹੋ ਜਾਂਦੀ ਹੈ। ਜਲ ਤੇ ਉਪਜ ਤਰੰਗ ਜੋ ਜਾਲੀ ਫਿਕੈ ਸਮਾਏ, ਇਹ ਜਿਵੇਂ ਤਰੰਗਾਂ ਹੁੰਦੀਆਂ ਉੱਠਦੀਆਂ ਜਲ ਵਿੱਚ ਸਮਾ ਜਾਂਦੀਆਂ। ਇਸੇ ਤਰ੍ਹਾਂ ਜਿਹੜੀ ਬਰਫ਼ ਉਹ ਜਲ ਤੋਂ ਬਣੀ ਹੁੰਦੀ ਹੈ, ਜਦੋਂ ਗਰਮੀ ਪੈਂਦੀ ਹੈ, ਧੁੱਪ ਪੈਂਦੀ ਹੈ, ਉਹ ਢਲ ਕੇ ਜਲ ਵਿੱਚ ਜਾਲੀ ਹੋ ਜਾਂਦੀ ਹੈ। ਜਾਲੀ ਹੋ ਗਈ ਹੈ ਗੰਗਾ ਵੀ। ਦੋਹਰਾ ਮਿਲ ਹੈ ਪਰਸ ਪਰ ਨਰਕ ਹੈ, ਉੱਥੇ ਜਿਹੜੇ ਪੁਰਸ਼ ਸਨ ਬਹੁਤੇ ਆਏ ਹੋਏ ਗੰਗਾ ਇਸ਼ਨਾਨ ਵਾਸਤੇ, ਆਪੋ ਵਿੱਚ ਹੀ ਮਿਲ ਮਿਲ ਕੇ ਕਹਿੰਦੇ ਐ ਕਿਨ ਭੰਡਾਰਾ ਕੀਨਾ, ਕਹਿੰਦੇ ਵੀ ਇੰਨਾ ਤਕੜਾ ਸਮਸ਼ਟੀ ਭੰਡਾਰਾ ਕਿੰਨੇ ਕੀਤਾ ਹੈ। ਸਭ ਕੋ ਸੰਸੈ ਹੋਤ ਪਾ, ਇੰਨਾ ਤਕੜਾ ਭੰਡਾਰਾ ਵੇਖ ਕੇ ਸਾਰਿਆਂ ਨੂੰ ਸੰਸਾ ਜਾ ਹੋਇਆ ਹੈ। ਨਾਮ ਨਾ ਕਿਨਹੁ ਚੀਨਾ, ਵੀ ਕਿਸੇ ਦਾ ਨਾਮ ਤੇ ਜਿਹੜਾ ਜਾਣਿਆ ਨਹੀਂ ਗਿਆ ਵੀ ਕਿੰਨੇ ਭੰਡਾਰਾ ਕਰਾਇਆ ਹੈ। ਜਦੋਂ ਭੰਡਾਰਾ ਹੁੰਦਾ ਕੋਈ ਵੀ ਉਹ ਛਕਾ ਕੇ ਚੂਲਾ ਜਿਹਾ ਕਰਦੇ, ਮਗਰੋਂ ਜਿਵੇਂ ਆਪਾਂ ਅਰਦਾਸ ਕਰਦੇ ਉੱਥੇ ਵੀ ਅਰਦਾਸ ਕੀਤੀ ਜਾਂਦੀ ਵੀ ਫਲਾਣੇ ਨੇ ਭੰਡਾਰਾ ਕੀਤਾ ਅਤੇ ਉਹਦੀ ਚੜ੍ਹਦੀ ਕਲਾ ਕਰਨੀ, ਅਤੇ ਨਾਮ ਲਿਆ ਜਾਂਦਾ ਉਹਦੇ ਵਿੱਚ। ਅਤੇ ਇਹ ਵਿਚਾਰਦੇ ਕਹਿੰਦੇ ਆਪੋ ਵਿੱਚ ਵੀ ਨਾਮ ਤੇ ਕਿਸ ਦਾ ਜਾਣਿਆ ਨਹੀਂ ਗਿਆ, ਇੰਨਾ ਤਕੜਾ ਭੰਡਾਰਾ ਕੀਤਾ, ਕਿਸੇ ਨੇ ਕਿਸੇ ਦਾ ਨਾਮ ਨਹੀਂ ਲਿਆ। ਚੌਪਈ ਕਿਤਕ ਦਿਵਸ ਗੰਗਾ ਕੇ ਤੀਰਾ, ਕਿਤਕ ਦਿਵਸ ਗੰਗਾ ਕੇ ਤੀਰਾ, ਕੁਝ ਕੁ ਦਿਨ ਗੰਗਾ ਦੇ ਕਿਨਾਰੇ ਸਤਿਗੁਰੂ ਜੀ ਉੱਥੇ ਹੀ ਰਹਿ ਕੇ ਭਗਤ ਦ੍ਰਿੜਾਈ ਗੁਣੀ ਗਹੀਰਾ, ਗੁਣਾਂ ਦੇ ਵਿੱਚ ਜੋ ਬੜੇ ਡੂੰਘੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ ਸਭ ਨੂੰ ਪਰਮੇਸ਼ਰ ਦੀ ਪ੍ਰੇਮਾ ਭਗਤੀ ਦ੍ਰਿੜਾਈ ਪੱਕਿਆਂ ਕੀਤੀ ਹੈ। ਉਹ ਸਭ ਨੂੰ ਪੱਕਿਆਂ ਕੀਤਾ ਪਰਮੇਸ਼ਰ ਦੀ ਭਗਤੀ ਵਿੱਚ। ਕੋਨ ਅਗਰਜ ਕੋ ਕੀਨ ਪਿਆਨਾ, ਫਿਰ ਸਤਿਗੁਰੂ ਜੀ ਨੇ ਜਿਹੜਾ ਹੈ ਉੱਥੋਂ ਹਰੀਦਵਾਰ ਤੋਂ ਗੰਗਾ ਦੇ ਕੁੰਭ ਦੇ ਮੇਲੇ ਤੋਂ ਇਹ
ਉਪਦੇਸ਼ ਦੇ ਕੇ ਅੱਗੇ ਚੱਲਣਾ ਕੀਤਾ। ਜਿਨ ਕੇ ਨਾਮ ਜਪੇ ਦੁਖ ਹਾਨਾ। ਭਾਈ ਬਾਲਾ ਜੀ ਤਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਜਿਨ੍ਹਾਂ ਸਤਿਗੁਰਾਂ ਦਾ ਨਾਮ ਜਪਿਆ ਸਾਰੇ ਦੁੱਖ ਨਾਸ ਹੋ ਜਾਂਦੇ ਆ। ਐਸੇ ਗੁਰੂ ਸਾਹਿਬ ਜੀ ਨੇ ਅੱਗੇ ਚੱਲਣਾ ਕੀਤਾ ਹੈ। ਇੱਥੋਂ ਇਹ ਪ੍ਰਸੰਗ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਨ ਹਨ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਇਹ ਪਰਮੇਸ਼ਰ ਰੂਪ ਹੈ ਗੁਰੂ ਨਾਨਕ ਸਾਹਿਬ ਜੀ। ਜਿਹੜੇ ਕੋਈ ਆ ਕਹਿੰਦੇ ਵੀ ਗੰਗਾ ਮਹਾਨ ਹੈ, ਗੰਗਾ ਮਹਾਨ ਹੈ, ਅਤੇ ਉਹਨਾਂ ਨੂੰ ਗੰਗਾ ਮਾਈ ਨੇ ਵੀ ਜਣਾਇਆ ਹੈ ਵੀ ਨਹੀਂ ਗੁਰੂ ਨਾਨਕ ਸਾਹਿਬ ਜੀ ਮਹਾਨ ਹਨ। ਤਾਂ ਹੀ ਉਸਨੇ ਆ ਕੇ ਸਤਿਗੁਰੂ ਜੀ ਦੇ ਚਰਨ ਪਰਸੇ ਹੈ। ਗੰਗਾ, ਗੋਦਾਵਰੀ, ਜਮਨਾ, ਸਰਸਵਤੀ ਇਹ ਤੇ ਆਪ ਆ ਕੇ ਸਗੋਂ ਪਰਮੇਸ਼ਰ ਦੇ ਚਰਨ ਪਰਸਦੀਆਂ ਹੈ, ਅਤੇ ਗੁਰੂ ਇਹ ਜਿਹੜੇ ਸੰਤ ਮਹਾਨ ਉਹਨਾਂ ਦੇ ਚਰਨਾਂ ਦੀ ਧੂੜੀ ਵੀ ਗੰਗਾ ਆ ਕੇ ਲੈਂਦੀ ਹੈ। ਇੱਥੇ ਸਤਿਗੁਰੂ ਜੀ ਦੀ ਮਹਿਮਾ ਹੈ ਮਹਾਨ ਕਿ ਸੱਚੇ ਪਾਤਸ਼ਾਹ ਜੀ ਸਾਰੇ ਦੇਵਤਿਆਂ ਦੇ ਪੂਜਨੀਕ ਹੈ। ਸਾਰੇ ਦੇਵਤੇ ਗੁਰੂ ਨਾਨਕ ਸਾਹਿਬ ਨੂੰ ਪੂਜਦੇ ਆ। ਕਈ ਆ ਕਥਾ ਵਿੱਚ ਨਾਮ ਜੇ ਸੁਣ ਕੇ ਨਾ ਜਦੋਂ ਦੇਵਤਿਆਂ ਦੇ ਆਉਂਦੇ ਕਹਿੰਦੇ ਵੀ ਇਹ ਤਾਂ ਬ੍ਰਾਹਮਣਵਾਦ ਦੀ ਕਥਾ ਹੈ, ਅਤੇ ਉਹ ਆਪਣੇ ਆਪ ਜੀ ਵਿਚਾਰੇ ਰੌਲਾ ਜਿਹਾ ਪਾ ਲੈਂਦੇ ਹੈ। ਪਰ ਉਹ ਸਾਰਾ ਪ੍ਰਸੰਗ ਜਦੋਂ ਸੁਣੀਏ ਫਿਰ ਜਾ ਕੇ ਸਿੱਧ ਹੁੰਦੀ ਗੱਲ ਕਿ ਗੁਰੂ ਸਾਹਿਬ ਜੀ ਦੀ ਕਿੰਨੀ ਨਿਮਰਤਾ ਹੈ। ਉਹ ਦੇਵੀ ਦੇਵਤੇ ਵੀ ਆ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਆਣ ਕੇ ਢਹਿੰਦੇ ਹੈ ਕਿ ਮਹਾਰਾਜ ਮਹਾਨ ਹੈ, ਕਲਯੁੱਗ ਦੇ ਸਮੇਂ ਵਿੱਚ ਪਾਪਾਂ ਨੂੰ ਕੱਟਣ ਵਾਸਤੇ ਆਏ ਹੋਏ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜਿਹੜੇ ਪਰਮੇਸ਼ਰ ਦੇ ਦਾਸ ਵੱਡੇ ਹੁੰਦੇ ਹੈ, ਜਿਵੇਂ ਭਗਤ ਜੀ ਨੂੰ ਪੁੱਛਿਆ ਸੀ ਕਿਸੇ ਨੇ ਵੀ ਤੀਰਥ ਵੱਡਾ ਕਿ ਹਰਿ ਕਾ ਦਾਸ। ਕਿ ਭਗਤ ਜੀ ਦੱਸੋ ਤੀਰਥ ਵੱਡਾ ਕਿ ਹਰੀ ਦਾ ਦਾਸ ਵੱਡਾ ਹੈ। ਭਗਤ ਮਹਾਰਾਜ ਕਹਿੰਦੇ ਵੀ ਇਹ ਤਾਂ ਸਾਨੂੰ ਤਾਂ ਸ਼ਰਮ ਆਉਂਦੀ, ਕਹਿਣ ਲੱਗਿਆ ਅਸੀਂ ਨਹੀਂ ਕਹਿ ਸਕਦੇ, ਇਹ ਤਾਂ ਵਾਹਿਗੁਰੂ ਆਪ ਹੀ ਦੱਸਣਗੇ। ਉਸ ਵੇਲੇ ਆਕਾਸ਼ਬਾਣੀ ਹੋਏ, ਕਹਿੰਦੇ ਭਗਤ ਜੀ ਤੀਰਥ ਨਹੀਂ ਵੱਡਾ, ਹਰੀ ਦਾ ਦਾਸ ਵੱਡਾ ਹੈ। ਕਹਿੰਦੇ ਮਹਾਰਾਜ ਉਹ ਕਿਵੇਂ? ਤੀਰਥਾਂ ਦੇ ਉੱਪਰ ਤੇ ਦਾਸ ਵੀ ਜਾਂਦੇ ਹੈ। ਕਹਿੰਦੇ ਭਗਤ ਜੀ ਉਹ ਇਸ ਕਰਕੇ ਵੱਡਾ ਹੈ ਹਰੀ ਦਾ ਦਾਸ, ਕਿਉਂਕਿ ਜਿੱਥੇ ਹਰੀ ਦਾ ਦਾਸ ਸਾਡਾ ਸੇਵਕ ਜਿੱਥੇ ਸਿਮਰਨ ਕਰਦਾ ਉੱਥੇ ਤੀਰਥ ਬਣਦਾ ਹੈ। ਤੀਰਥ ਦਾ ਅਰਥ ਹੁੰਦਾ ਪਵਿੱਤਰ। ਪਰਮੇਸ਼ਰ ਦੇ ਸਾਡੇ ਜਿਹੜੇ ਜਿੰਨੇ ਦਾਸ ਉਹ ਜਦੋਂ ਨਾਮ ਜਪਦੇ ਉੱਥੇ ਤੀਰਥ ਬਣ ਜਾਂਦਾ ਹੈ, ਅਤੇ ਉਹ ਤੀਰਥ ਦੇ ਆ ਕੇ ਸਭ ਦਾ ਫਿਰ ਦੂਸਰਿਆਂ ਦਾ ਭਲਾ ਹੁੰਦਾ ਹੈ। ਜੇ ਸਾਡੇ ਦਾਸ ਨੇ ਨਾਮ ਜਪਿਆ ਤਾਂ ਹੀ ਤਾਂ ਤੀਰਥ ਬਣਿਆ ਹੈ। ਇਸ ਕਰਕੇ ਤੀਰਥ ਨਹੀਂ ਵੱਡਾ ਹੈ, ਹਰੀ ਦਾ ਦਾਸ ਵੱਡਾ ਹੈ। ਉਹਦੇ ਨਾਮ ਜਪਣੇ ਕਰਕੇ ਤੀਰਥ ਜਿਹੜਾ ਸੁਭਾਏਮਾਨ ਹੁੰਦਾ ਹੈ। ਐਵੇਂ ਫਿਰ ਉਹ ਭਗਤ ਜੀ ਨੇ ਜਿਹਨੇ ਪੁੱਛਿਆ ਸੀ ਅਤੇ ਉਹਨੂੰ ਮਹਾਰਾਜ ਜਿਹਦੀ ਆਕਾਸ਼ਬਾਣੀ ਹੋਈ ਅਤੇ ਭਗਤ ਜੀ ਨੇ ਫਿਰ ਉਹਨੂੰ ਦੱਸਿਆ ਸੀ ਵੀ ਭਾਈ ਹਰੀ ਦਾ ਦਾਸ ਵੱਡਾ ਹੈ। ਇਸੇ ਤਰ੍ਹਾਂ ਕੋਈ ਛੋਟੀ ਜਿਹੀ ਸਾਖੀ ਹੁੰਦੀ ਹੈ। ਇੱਕ ਵੈਸ਼ਨੋ ਸੰਤ ਸੀ ਬੈਰਾਗੀ, ਅਤੇ ਉਹ ਗੰਗਾ 'ਤੇ ਇਸ਼ਨਾਨ ਕਰਨ ਹਰ ਸਮੇਂ ਜਾਇਆ ਕਰਦਾ ਸੀ। ਜਦੋਂ ਉਹਦਾ ਜੀਅ ਕਰਨਾ ਨੇ ਗੰਗਾ 'ਤੇ ਇਸ਼ਨਾਨ ਕਰਨ ਜਾਇਆ ਕਰਨਾ, ਅਤੇ ਉਹਦਾ ਨਿਯਮ ਸੀ ਵੀ ਰਸਤੇ ਵਿੱਚ ਕੁਝ ਨਹੀਂ ਸੀ ਖਾਂਦਾ। ਉਹਦੇ ਘਰੋਂ ਜਲ ਪ੍ਰਸ਼ਾਦਾ ਛਕਦਾ ਜਿਹਨੇ ਗੰਗਾ ਵਿੱਚ ਇਸ਼ਨਾਨ ਕੀਤਾ ਹੋਵੇ। ਇਹ ਆਪਣਾ ਨੇਮ ਨਿਭਾਉਂਦਾ ਹੋਇਆ ਉਹ ਬੈਰਾਗੀ ਸਾਧੂ ਚੱਲਦਾ ਜਾ ਰਿਹਾ ਸੀ। ਜਦੋਂ ਗੰਗਾ ਦੇ ਕੋਲ ਪਹੁੰਚਣ ਵਾਲਾ ਸੀ 4 ਮੀਲ ਉਰੇ ਹੀ ਉਹਨੂੰ ਰਾਤ ਪੈ ਗਈ। ਉਹ ਰਾਤ ਜਾਣ ਕੇ ਇੱਕ ਮਹਾਤਮਾ ਬਰਕਤੀ ਸਾਧੂ ਸੰਤ ਦੀ ਕੁਟੀਆ ਸੀ, ਅਤੇ ਉਹ ਵੇਖ ਕੇ ਵੀ ਇਹ ਸੰਤ ਰਹਿੰਦੇ ਇੱਥੇ, ਚਲੋ ਇਹਦੇ ਘਰ ਚਲੇ ਜਾਂਦੇ ਆ। ਉੱਥੇ ਚਲਾ ਗਏ ਉਹ ਬੈਰਾਗੀ ਸਾਧੂ ਜੀ। ਇੱਧਰ ਜੋ ਇਹ ਕੁਟੀਆ ਵਿੱਚ ਸੰਤ ਰਹਿੰਦੇ ਸੀ ਇਹ ਬੜੇ ਬੈਰਾਗੀ ਤਿਆਗੀ ਮਹਾਨ ਸਨ, ਅਤੇ ਇਹਨੇ ਜਿਹੜਾ ਵੈਰਾਗੀ ਵੈਸ਼ਨੋ ਸਾਧੂ ਸੀ ਬਿਨਾਂ ਕੁਝ ਪੁੱਛੇ ਗਿੱਛੇ ਉਹਦੇ ਘਰੋਂ ਜਲ ਪ੍ਰਸ਼ਾਦਾ ਛਕ ਲਿਆ। ਮਨ ਵਿੱਚ ਇਹ ਵਿਚਾਰਿਆ ਵੀ ਇਹ ਤਾਂ ਗੰਗਾ ਤੋਂ 4 ਮੀਲ ਉਰੇ ਰਹਿੰਦੇ ਆ ਅਤੇ ਰੋਜ਼ ਹੀ ਇਸ਼ਨਾਨ ਕਰਦੇ ਹੋਣਗੇ, ਇਹ ਤਾਂ ਮਹਾਨ ਹਨ। ਫਿਰ ਉਹ ਬਚਨ ਬਿਲਾਸ ਹੁੰਦਿਆਂ ਹੀ ਵਿਚਾਰ ਵਟਾਂਦਰਾ ਕਰਦਿਆਂ ਹੀ ਪੁੱਛ ਹੀ ਲਿਆ ਬੈਰਾਗੀ ਸਾਧੂ ਨੇ ਵੀ ਮਹਾਤਮਾ ਜੀ ਆਪ ਜੀ ਤਾਂ ਬੜੇ ਕਰਮਾਂ ਭਾਗਾਂ ਵਾਲੇ ਹੋ,
ਜਿਹੜੇ ਗੰਗਾ ਦੇ ਕਿਨਾਰੇ ਰਹਿੰਦੇ ਉਹ ਆਪ ਜੀ ਤੇ ਨਿੱਤ ਹੀ ਇਸ਼ਨਾਨ ਕਰਦੇ ਹੋਣਗੇ। ਉਹ ਸੰਤ ਕਹਿਣ ਲੱਗੇ ਵੀ ਮੈਂ ਤੇ ਗੰਗਾ 'ਤੇ ਕਦੀ ਗਿਆ ਹੀ ਨਹੀਂ ਹਾਂ, ਮੈਂ ਨਹੀਂ ਕਦੀ ਇਸ਼ਨਾਨ ਕੀਤਾ। ਇਹ ਸੁਣ ਕੇ ਬੈਰਾਗੀ ਸਾਧੂ ਵੀ ਤੁਸਾਂ ਨੇ ਗੰਗਾ ਦੇ ਇਸ਼ਨਾਨ ਨਹੀਂ ਕੀਤਾ ਹੈ, ਬੜਾ ਦੁਖੀ ਜਿਹਾ ਹੋਇਆ। ਰਾਤ ਹੀ ਸੋਚਿਆ ਵੀ ਰਾਤ ਹੀ ਇੱਥੋਂ ਨਿਕਲ ਜਾਣਾ, ਮੈਂ ਤੇ ਆਪਣਾ ਨਿਯਮ ਹੀ ਭੰਨ ਬੈਠਾ ਹਾਂ, ਤੋੜ ਬੈਠਾ ਹਾਂ। ਉਹ ਜਦੋਂ ਅੰਦਰੋਂ ਬਾਹਰ ਨਿਕਲਿਆ, ਹਨੇਰਾ ਬਹੁਤ ਸੀ, ਫਿਰ ਮੁੜ ਗਿਆ ਵਾਪਸ। ਰਾਤ ਸਾਰੀ ਇਹ ਸੁੱਤਾ ਨੀਂਦ ਜਾਗਦਾ ਹੀ ਰਿਹਾ ਬੈਰਾਗੀ ਸਾਧੂ। ਜਦੋਂ ਬੈਠਾ ਰਿਹਾ, ਅੰਮ੍ਰਿਤ ਵੇਲਾ ਹੋਇਆ, ਬੈਠਾ ਬੈਠਾ ਕੀ ਵੇਖਦਾ ਹੈ, 3 ਜਿਹੜੀਆਂ ਗਊਆਂ ਹਨ ਉਹ ਆ ਰਹੀਆਂ ਕਾਲੇ ਰੰਗ ਦੀਆਂ। ਉਹ 3 ਗਊਆਂ ਕਾਲੇ ਰੰਗ ਦੀਆਂ ਲੰਘ ਗਈਆਂ ਜਿੱਥੇ ਸੰਤ ਕੁਟੀਆ ਵਾਲੇ ਰਹਿ ਕੇ ਰਹਿੰਦੇ ਸਨ ਅਤੇ ਰੋਜ਼ ਇਸ਼ਨਾਨ ਕਰਿਆ ਕਰਦੇ ਸੀ। ਅਤੇ ਜਿਸ ਚੜੇ ਵਿੱਚ ਪਾਣੀ ਪੈਂਦਾ ਸੀ, ਉਹ ਟੋਏ ਵਿੱਚ, ਉਹ 3 ਗਾਵਾਂ ਨੇ ਜਾ ਕੇ ਉੱਥੇ ਇਸ਼ਨਾਨ ਕੀਤਾ। ਉਹ ਜਦੋਂ ਇਸ਼ਨਾਨ ਕੀਤਾ, ਕਾਲੇ ਰੰਗ ਤੋਂ ਸਫੇਦ ਰੰਗ, ਚਿੱਟੇ ਰੰਗ ਦੀਆਂ ਹੋ ਗਈਆਂ। ਇਹ ਬੈਰਾਗੀ ਸਾਧੂ ਸਾਰਾ ਅੱਖਾਂ ਨਾਲ ਵੇਖ ਰਿਹਾ ਸੀ। ਵੇਖ ਕੇ ਆਸ਼ਚਰਜ ਹੋ ਗਿਆ ਵੀ ਇਹ ਕਿਵੇਂ ਹੋ ਸਕਦਾ। ਫਿਰ ਇਹ ਪੁੱਛਣ ਲੱਗਾ 3 ਹੀ ਗਾਵਾਂ ਨੂੰ, ਕਹਿੰਦਾ ਵੀ ਤੁਸੀਂ ਕਾਲੇ ਰੰਗ 'ਚ ਆਈਆਂ ਸੀ ਅਤੇ ਹੁਣ ਤੁਸੀਂ ਚਿੱਟੀਆਂ ਹੋ ਗਈਆਂ, ਤੁਸੀਂ ਕੌਣ ਹੋ? ਉਹ 3 ਗਾਵਾਂ ਹੀ ਫਿਰ ਬੋਲੀਆਂ ਆਪੋ ਆਪਣੇ ਰੂਪ ਵਿੱਚ ਹੋ ਕੇ ਵੀ ਮੈਂ ਗੰਗਾ ਹਾਂ, ਮੈਂ ਜਮਨਾ ਹਾਂ, ਮੈਂ ਸਰਸਵਤੀ ਹਾਂ। ਪਾਪੀ ਲੋਕ ਜਿਹੜੇ ਆ ਸਾਡੇ ਵਿੱਚ ਆ ਕੇ ਇਸ਼ਨਾਨ ਕਰਦੇ, ਪਾਪਾਂ ਦੀ ਮੈਲ ਲਾਹ ਜਾਂਦੇ ਸੀ। ਅਸੀਂ ਵੀ ਮੈਲੀਆਂ ਹੋ ਜਾਂਦੀਆਂ, ਕਾਲੀਆਂ ਹੋ ਜਾਂਦੀਆਂ ਪਾਪਾਂ ਕਰਕੇ। ਅਤੇ ਇਹ ਸੰਤਾਂ ਦੇ ਜਿੱਥੇ ਇਹ ਇਸ਼ਨਾਨ ਕਰਕੇ ਚੜੇ 'ਚ ਜਲ ਪੈਂਦਾ ਇਹਨਾਂ ਦਾ, ਉਹਦੇ ਵਿੱਚ ਇਸ਼ਨਾਨ ਕਰਕੇ ਅਸੀਂ ਆਪਣੇ ਪਾਪਾਂ ਦੀ ਮੈਲ ਲਾਹ ਲੈਂਦੀਆਂ ਹਾਂ। ਸਾਡੇ ਪਾਪਾਂ ਦੀ ਮੈਲ ਉਤਰ ਜਾਂਦੀ ਹੈ ਅਤੇ ਅਸੀਂ ਚਿੱਟੀਆਂ ਹੋ ਜਾਂਦੀਆਂ। ਇਹ ਸਾਡਾ ਇੱਕ ਦਿਨ ਦਾ ਕੰਮ ਨਹੀਂ, ਸਾਡਾ ਰੋਜ਼ ਦਾ ਨਿਯਮ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰ ਜਾਂਦੀਆਂ, ਫਿਰ ਆ ਕੇ ਪੁਰਸ਼ ਇਸ਼ਨਾਨ ਕਰਦੇ ਦਿਨ ਵੇਲੇ, ਅਗਲੇ ਦਿਨ ਅਸੀਂ ਆ ਕੇ ਫਿਰ ਇਸ਼ਨਾਨ ਕਰਦੀਆਂ ਅਤੇ ਸਫੇਦ ਚਿੱਟੀਆਂ ਹੋ ਜਾਂਦੀਆਂ। ਇਹ ਸੁਣ ਕੇ ਬੈਰਾਗੀ ਸਾਧੂ ਨੂੰ ਨਿਸ਼ਚਾ ਹੋ ਗਿਆ, ਯਕੀਨ ਹੋ ਗਿਆ ਵੀ ਸੱਚਮੁੱਚ ਹੀ ਜਿਹੜੇ ਸੰਤਾਂ ਦੀ ਧੂੜੀ ਹੈ ਨਾ, ਪੂਰਨ ਸੰਤਾਂ ਦੀ, ਉਹ ਮਹਾਨ ਹੈ। ਉਹ ਤੀਰਥਾਂ ਤੋਂ ਵੀ ਵੱਡੀ ਹੈ ਅਤੇ ਤੀਰਥਾਂ ਤੋਂ ਵੀ ਮਹਾਨ ਹੈ ਸੰਤਾਂ ਦੀ ਚਰਨਾਂ ਦੀ ਧੂੜੀ। ਉਹਨੂੰ ਇਹ ਯਕੀਨ ਭਰੋਸਾ ਵੱਜ ਗਿਆ ਸੀ। ਇੱਥੇ ਪ੍ਰਸੰਗ ਵਿੱਚ ਵੀ ਸੰਤਾਂ ਦੇ ਚਰਨਾਂ ਦੀ ਧੂੜੀ ਦੀ ਮਹਾਨਤਾ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਣਾਈ ਹੈ ਅਤੇ ਨਾਲ ਦੀ ਨਾਲ ਸਾਨੂੰ ਵੀ ਜਣਾਇਆ ਹੈ ਵੀ ਇਹ ਭਾਈ ਜਿੰਨੇ ਦੇਵੀ ਦੇਵਤੇ ਹੈ, ਗੰਗਾ ਮਾਈ ਆਦਿਕ ਸਰਸਵਤੀ ਜਮਨਾ, ਸਾਰੀ ਸਤਿਗੁਰੂ ਜੀ ਦੇ ਚਰਨਾਂ ਦੀਆਂ ਦਾਸੀਆਂ ਹਨ, ਸੇਵਾ ਕਰਦੀਆਂ। ਪਰਮੇਸ਼ਰ ਦੇ ਜਿਹੜੇ ਪਿਆਰੇ ਹੁੰਦੇ ਉਹਨਾਂ ਵਿੱਚ ਕੋਈ ਵੈਰ ਵਿਰੋਧ ਧਰੋ ਨਹੀਂ ਹੁੰਦਾ। ਉਹ ਤਾਂ ਇਕੱਠੇ ਇੱਕਮਿਕ ਹੋ ਕੇ ਰਹਿੰਦੇ ਆ। ਜੇ ਵੱਡੇ ਸੰਤ ਹੋਣ ਅਤੇ ਜਿਹੜੇ ਦੂਸਰੇ ਸੰਤ ਹੈ ਆਪਣੇ ਆਪ ਨੂੰ ਥੋੜ੍ਹਾ ਨਿਊਨ ਜਾਣਨ ਵੀ ਮੇਰੀ ਕਮਾਈ ਘੱਟ, ਅਤੇ ਉਹ ਵੀ ਝੁਕਦੇ ਹੈ। ਅਤੇ ਜਿਹੜੇ ਵੱਡੇ ਸੰਤ ਹੁੰਦੇ ਅੱਗੋਂ, ਉਹ ਵੀ ਅੱਗੋਂ ਝੁਕਦੇ ਹਨ। ਉਹ ਇਹ ਨਹੀਂ ਜਾਣਦੇ ਵੀ ਮੈਂ ਜ਼ਿਆਦਾ ਕਮਾਈ ਵਾਲਾ ਹਾਂ, ਕਿਉਂਕਿ ਉਹਨਾਂ ਦੇ ਮਨ ਵਿੱਚ ਇਹ ਗੱਲ ਹੈ ਹੀ ਨਹੀਂ। ਜੇ ਇਹ ਗੱਲ ਗਈ ਹੋਵੇ ਫਿਰ ਇਹਦੇ ਸਾਧ ਸੰਗਤ ਜੀ ਸੰਤ ਕਿਹਾ ਜਾਂਦਾ ਹੈ। ਜਿੱਥੇ ਵੀ ਮੈਂ ਵੱਡਾ ਹਾਂ ਉਹ ਛੋਟਾ ਹੈ, ਅਤੇ ਇਹ ਜਿੱਥੇ ਗੱਲ ਹੈ ਉੱਥੇ ਸੰਤਤਾਈ ਨਹੀਂ ਹੁੰਦੀ। ਸੰਤ ਤੇ ਬਸ ਸਮਦਰਸ਼ੀ ਹੈ, ਤਿਆਗੀ ਹੈ, ਨਿਮਰਤਾ ਵਾਲੇ ਹੁੰਦੇ ਹੈ। ਇਸ ਤਰ੍ਹਾਂ ਆਪਾਂ ਪ੍ਰਸੰਗ ਸਰਵਣ ਕੀਤਾ ਜਿਵੇਂ ਸਤਿਗੁਰੂ ਜੀ ਗੰਗਾ ਦੇ ਗਏ ਸਨ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਗੰਗਾ ਪ੍ਰਸੰਗ ਵਰਣਨ ਨਾਮ ਅਸ਼ਟਮ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਖੀਰਲੇ ਹਿੱਸੇ ਦਾ 8ਵਾਂ ਅਧਿਆਇ ਸਮਾਪਤ ਹੋਇਆ। ਜਿਵੇਂ ਸਤਿਗੁਰੂ ਜੀ ਨੇ ਹਰਿਦੁਆਰ ਜਾ ਕੇ ਗੰਗਾ ਦੇ ਅਤੇ ਉੱਥੇ ਉਪਦੇਸ਼ ਕੀਤਾ ਸਭ ਨੂੰ ਅਤੇ ਸਿੱਧੇ ਰਾਹ ਪਾਇਆ ਸੀ। ਕੇਤਕ ਦਿਵਸ ਗੰਗਾ ਕੇ ਤੀਰਾ ਭਗਤ ਦ੍ਰਿੜਾਈ ਗੁਣੀ ਗਹੀਰਾ ਪੁਨ ਅਗਰਜ ਕੋ ਕੀਨ ਪਿਆਨਾ ਜਿਨ ਕੇ ਨਾਮ ਜਪੇ ਦੁਖ ਹਾਨਾ
ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਗੰਗਾ ਪ੍ਰਸੰਗ ਵਰਣਨ ਨਾਮ ਅਸ਼ਟਮ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ